यूट्यूब चैनल दरबारे खालसा ते जुड़ चुके साढ़े दर्शक गुरु फतेह सांझ करनी जी। वाहिगुरु जी का खालसा वाहिगुरु जी की फतेह। तुसी देख रहे हो दरबारे खालसा ते जो पिछले लंबे समय तो ਜਦੋਂ ਤੋਂ ਲਾਕਡਾਊਨ ਜਿਹੜਾ ਹੈ ਚੱਲ ਰਿਹਾ ਆ ਉਦੋਂ ਦਾ ਸਮੇਂ ਦਾ ਸਦ ਉਪਯੋਗ ਕਰਦੇ ਹੋਏ ਆਪਾਂ ਇਸ ਮਾਧਿਅਮ ਰਾਹੀਂ ਬਹੁਤ ਹੀ ਵਧੀਆ ਵਿਚਾਰਾਂ ਜਿਹੜੀਆਂ ਜੀਵਨ ਦੇ ਅੰਦਰ ਉਹਨਾਂ ਦਾ ਬੜਾ ਲਾਹਾ ਕੱਟਿਆ ਜਾ ਸਕਦਾ ਆ। ਉਹ ਹੁਨਰ ਉਹ ਗਿਆਨ ਜਿਨ੍ਹਾਂ ਤੋਂ ਬਿਨਾਂ ਜੀਵਨ ਅਧੂਰਾ ਆ। ਜਿਵੇਂ ਕਿ ਪਿਛਲੇ ਲੰਮੇ ਸਮੇਂ ਤੋਂ ਡਾਕਟਰ ਅਮਰ ਸਿੰਘ ਆਜ਼ਾਦ ਜੀ ਸਾਡੇ ਨਾਲ ਜੁੜਦੇ ਰਹੇ ਨੇ ਔਰ ਜੁੜ ਰਹੇ ਨੇ ਔਰ ਬਹੁਤ ਹੀ ਡੂੰਘੀ ਸਮਝ ਸਿਹਤ ਸੰਬੰਧੀ ਸਾਨੂੰ ਦਿੰਦੇ ਨੇ, ਜਿਹੜੀਆਂ ਕਿ ਸਾਡਾ ਜੀਵਨ ਜਿਹੜਾ ਵਾ ਉਹਦੇ ਨਾਲ ਤੰਦਰੁਸਤ ਔਰ ਵਧੀਆ ਹੋ ਸਕਦਾ ਆ ਔਰ ਸੁਖੀ ਜੀਵਨ ਅਸੀਂ ਜਿਉ ਸਕਦੇ ਹਾਂ ਉਹਨਾਂ ਵਿਚਾਰਾਂ ਨੂੰ ਸਮਝ ਕਰਕੇ। ਸੋ ਇਸੇ ਕੜੀ 'ਚ ਸਾਡੇ ਨਾਲ ਅੱਜ ਜੁੜ ਚੁੱਕੇ ਨੇ ਡਾਕਟਰ ਰਮਨਦੀਪ ਸਿੰਘ ਜੀ, ਜਿਹੜੇ ਕਿ ਖੇਤੀਬਾੜੀ ਯੂਨੀਵਰਸਿਟੀ ਤੋਂ ਹੈਗੇ ਨੇ ਔਰ ਇਹਨਾਂ ਦਾ ਬੜਾ ਲੰਮਾ ਤਜਰਬਾ ਆ ਮੰਡੀਕਰਨ ਬਾਰੇ। ਜਿਹੜਾ ਕਿ ਪਿਛਲੇ ਦਿਨੀ ਸਾਡੇ ਨਾਲ ਇਹਨਾਂ ਨੇ ਸਾਂਝ ਪਾਈ ਸੀ ਮੰਡੀਕਰਨ ਦੇ ਸੰਬੰਧ 'ਚ। ਅੱਜ ਫੇਰ ਸਾਡੇ ਨਾਲ ਰੂਰਲ ਮੰਡੀ ਰੂਰਲ ਮਾਰਕੀਟਿੰਗ ਇੱਕ ਬੜਾ ਹੀ ਮੁੱਖ ਵਿਸ਼ਾ ਆ ਅੱਜ ਦੇ ਸਮੇਂ 'ਚ। ਅੱਜ ਦੇ ਹਾਲਾਤਾਂ ਅਨੁਸਾਰ ਜੋ ਸਾਡੇ ਕਿਸਾਨਾਂ ਦੀ ਲੁੱਟ ਹੋ ਰਹੀ ਆ, ਜੋ ਕਿਸਾਨਾਂ ਦੇ ਨਾਲ ਕਹਿ ਲਈਏ ਕਿ ਉਹ ਧੱਕਾ ਹੋ ਰਿਹਾ, ਕਹਿ ਲਈਏ ਕਿ ਸਾਡੀ ਉਪਜ ਜਿਹੜੀ ਆ ਉਹਦਾ ਸਾਨੂੰ ਮੁੱਲ ਨਹੀਂ ਮਿਲਦਾ। ਤੇ ਜੇ ਇਹ ਗੱਲ ਅਸੀਂ ਸਮਝ ਲਈਏ ਵੀ ਸਾਡੀ ਉਪਜ ਦਾ ਮੁੱਲ ਨਹੀਂ ਮਿਲਦਾ ਔਰ ਉਸ ਉਪਜ ਦਾ ਸਹੀ ਮੁੱਲ ਕਿਵੇਂ ਲੈਣਾ ਆ, ਉਹਦੇ ਵਾਸਤੇ ਸਾਨੂੰ ਫਿਰ ਮੰਡੀਕਰਨ ਤੇ ਜਿਹੜਾ ਵਾ ਉਹ ਧਿਆਨ ਦੇਣਾ ਪਏਗਾ। ਮੰਡੀਕਰਨ ਜਿਹੜੀ ਆ ਉਹਦੀਆਂ ਜਿਹੜੀਆਂ ਗੁੰਝਲਾਂ ਨੇ ਕਹਿ ਲਈਏ ਜਾਂ ਉਹਦੇ ਜਿਹੜੇ ਗਿਆਨ ਹੈ ਮੰਡੀਕਰਨ ਦਾ ਉਹ ਸਾਨੂੰ ਸਮਝਣਾ ਪਏਗਾ। ਤੇ ਸਾਡੇ ਨਾਲ ਡਾਕਟਰ ਰਮਨਦੀਪ ਸਿੰਘ ਜੀ ਜੁੜ ਚੁੱਕੇ ਨੇ, ਜਿਹੜੇ ਕਿ ਸਾਨੂੰ ਇਹ ਸਮਝ ਜਿਹੜਾ ਹੁਨਰ ਹੈ ਮੰਡੀਕਰਨ ਦਾ ਉਹਦੇ ਨਾਲ ਸਾਨੂੰ ਜਿਹੜਾ ਵਾ ਜੋੜਨਗੇ, ਉਹ ਸਾਨੂੰ ਗਿਆਨ ਪ੍ਰਦਾਨ ਕਰਨਗੇ ਤੇ ਸਾਡੇ ਜਿਹੜੇ ਕਿਸਾਨਾਂ ਦਾ ਜਿਹੜਾ ਵਾ ਨਾ ਉਹਦੇ ਨਾਲ ਭਲਾ ਹੋਏਗਾ। ਤੇ ਸਾਨੂੰ ਬਹੁਤ ਹੀ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ ਕਿ ਏਡੇ ਵਧੀਆ ਮਾਹਿਰ ਜਿਹੜੇ ਕਿ ਕਿਸਾਨਾਂ ਦੇ ਨਾਲ ਅਕਸਰ ਵੱਖ-ਵੱਖ ਮਾਧਿਅਮਾਂ ਰਾਹੀਂ ਕਿਸਾਨਾਂ ਦੇ ਨਾਲ ਜੁੜੇ ਰਹਿੰਦੇ ਨੇ ਔਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਉਹਨਾਂ ਮਾਧਿਅਮ ਰਾਹੀਂ ਜਿਵੇਂ ਕਿ WhatsApp ਗਰੁੱਪ, Facebook, ਹੋਰ ਵੱਖ-ਵੱਖ ਜਿਹੜੇ ਸਾਧਨ ਨੇ ਅਜੋਕੇ, ਉਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਵਾਸਤਾ ਰਹਿੰਦਾ ਇਹਨਾਂ ਦਾ ਔਰ ਕਿਸਾਨਾਂ ਦਾ ਬਹੁਤ ਹੀ ਹੈਲਪ ਕਰਦੇ ਆ। ਬਹੁਤ ਸਾਰੇ ਕਿਸਾਨਾਂ ਨੂੰ ਇਹਨਾਂ ਨੇ ਵਧੀਆ ਬ੍ਰੈਂਡਿੰਗ ਕਰਕੇ ਦਿੱਤੀ ਆ ਔਰ ਉਹਨਾਂ ਨੂੰ ਬੜੇ ਵਧੀਆ ਗੁਰ ਦਿੱਤੇ ਨੇ। ਬੜੇ ਵਧੀਆ ਤਰੀਕੇ ਦੇ ਨਾਲ ਉਹ ਕਿਸਾਨ ਜਿਹੜੇ ਅੱਜ ਕਾਮਯਾਬ ਇੱਕ ਮੰਡੀਕਰਨ ਦੇ ਵਿੱਚ ਆਪਣਾ ਉਹਨਾਂ ਦਾ ਨਾਮ ਆ, ਉਹਨਾਂ ਦਾ ਮੰਡੀ 'ਚ ਇੱਕ ਨਾਮ ਆ ਔਰ ਸਥਾਪਿਤ ਨੇ। ਔਰ ਉਹ ਸਭ ਕੁਝ ਜਿਹੜਾ ਵਾ ਉਹ ਡਾਕਟਰ ਰਮਨਦੀਪ ਸਿੰਘ ਦੇ ਕਾਰਨ ਹੋ ਸਕਿਆ, ਜਿਹੜਾ ਉਹਨਾਂ ਨੇ ਗਿਆਨ ਉਹਨਾਂ ਕਿਸਾਨਾਂ ਨੂੰ ਦਿੱਤਾ। ਸੋ ਅੱਜ ਅਸੀਂ ਉਹਨਾਂ ਕੋਲੋਂ ਸਮਝਾਂਗੇ ਇਹ ਜਿਹੜੀ ਰੂਰਲ ਮੰਡੀ ਰੂਰਲ ਮਾਰਕੀਟਿੰਗ ਆ ਉਹਦੇ ਸੰਬੰਧ 'ਚ ਅਸੀਂ ਡਾਕਟਰ ਸਾਹਿਬ ਕੋਲ ਵਿਚਾਰ ਲਵਾਂਗੇ। ਤੇ ਡਾਕਟਰ ਸਾਹਿਬ ਆਪ ਜੀ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਸਾਨੂੰ ਵਿਚਾਰ ਦਿਓ ਸੋ ਅਸੀਂ ਤੁਹਾਡੇ ਵਿਚਾਰ ਤੋਂ ਲਾਭ ਲੈ ਸਕੀਏ। ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪਣੀ ਗੱਲ ਅੱਜ ਜਿੱਦਾਂ ਤੁਸੀਂ ਦੱਸਿਆ ਕਿ ਰੂਰਲ ਮਾਰਕੀਟਿੰਗ ਦੇ ਉੱਤੇ ਆਪਣੀ ਅੱਜ ਵਾਰਤਾਲਾਪ ਹੋਣੀ ਆ। ਟੂ ਵੇ ਕਮਿਊਨੀਕੇਸ਼ਨ ਹੋਣੀ ਆ, ਦੋਨੋਂ ਤਰਫਾ ਕਮਿਊਨੀਕੇਸ਼ਨ ਹੋਣੀ ਆ। ਸਵਾਲ ਜਿਹੜੇ ਤੁਹਾਡੇ ਮਨ 'ਚ ਮੇਰੇ ਵਿਸ਼ੇ ਪ੍ਰਤੀ ਜਿਹੜਾ ਅੱਜ ਆਪਣਾ ਵਿਸ਼ਾ ਜਿਹਨੂੰ ਆਪਾਂ ਸਾਂਝੇ ਕਰਨ ਜਾ ਰਹੇ ਹਾਂ, ਉਹਦਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਉਹ ਸਵਾਲ ਜਿਹੜਾ ਉਹ ਮੈਨੂੰ ਕਰ ਸਕਦੇ ਹੋ ਬਾਅਦ ਚੋਂ ਸਵਾਲ ਜਵਾਬ ਸੈਸ਼ਨ ਦੇ ਵਿੱਚ। ਅੱਜ ਦਾ ਜਿਹੜਾ ਵਿਸ਼ਾ ਸਵਾਲ ਦੀ ਗੱਲ ਮੈਂ ਪਹਿਲਾਂ ਤਾਂ ਕੀਤੀ ਹੈ ਕਿਉਂਕਿ ਮੈਂ ਚਾਹੁੰਦਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਵਾਲ ਪੁੱਛੋ, ਜ਼ਿਆਦਾ ਤੋਂ ਜ਼ਿਆਦਾ ਗੱਲਬਾਤ ਕਰੋ। ਅਖੀਰ ਦਾ ਸਮਾਂ ਜਿਹੜਾ ਆਪਣਾ ਸਵਾਲ ਜਵਾਬ ਵਾਲਾ ਸਮਾਂ ਉਹ ਜ਼ਿਆਦਾ ਹੋਣਾ ਚਾਹੀਦਾ। ਸੋ ਮੈਂ ਚਾਹੁੰਦਾ ਕਿ ਰੂਰਲ ਮਾਰਕੀਟਿੰਗ ਬਾਰੇ ਆਪਾਂ ਵਿਸਤਾਰ ਨਾਲ ਗੱਲ ਕਰੀਏ, ਉਦਾਹਰਨਾਂ ਦੇ ਕੇ ਗੱਲ ਕਰੀਏ। ਜੋ ਤੁਹਾਡੇ ਆਲੇ ਦੁਆਲੇ ਵਰਤਾਰਾ ਹੈ ਉਹਦੇ ਹਿਸਾਬ ਨਾਲ ਮੈਂ ਗੱਲ ਕਰਨਾ ਚਾਹੂੰਗਾ ਅੱਜ। ਕਿ ਸਭ ਤੋਂ ਪਹਿਲਾਂ ਜੇ ਮੈਂ ਰੂਰਲ ਮਾਰਕੀਟਿੰਗ ਦੀ ਗੱਲ ਕਰਾਂ, ਜਿਹਨੂੰ ਪੇਂਡੂ ਮੰਡੀਕਰਨ ਕਹਿੰਦੇ ਆ, ਅਸੀਂ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਸਭ ਤੋਂ ਪਹਿਲਾਂ ਸਮਝਣੀ ਸਾਡੇ ਲਈ ਬਹੁਤ ਜ਼ਰੂਰੀ ਆ ਸਾਰਿਆਂ ਲਈ ਕਿ ਰੂਰਲ ਮਾਰਕੀਟ ਹੈ ਕੀ।
ਆਮ ਕਰਕੇ ਧਾਰਨਾ ਇਹ ਬਣੀ ਹੁੰਦੀ ਆ ਕਿ ਸ਼ਹਿਰਾਂ ਵਾਲੇ ਵੀ ਇਹੀ ਸੋਚਦੇ ਆ ਤੇ ਪਿੰਡਾਂ ਵਾਲੇ ਵੀ ਇਹੀ ਸੋਚਦੇ ਆ ਕਿ ਰੂਰਲ ਮਾਰਕੀਟਿੰਗ ਦਾ ਮਤਲਬ ਸਿਰਫ ਫੂਡ ਮਾਰਕੀਟਿੰਗ ਹੈ, ਕਿ ਸਿਰਫ ਖਾਣ ਪੀਣ ਵਾਲੀਆਂ ਵਸਤੂਆਂ ਦੀ ਗੱਲ ਕੀਤੀ ਜਾਊਗੀ। ਨਹੀਂ, ਰੂਰਲ ਮਾਰਕੀਟਿੰਗ ਦੇ ਵਿੱਚ ਜੇ ਅਸੀਂ ਰੂਰਲ ਮਾਰਕੀਟ ਦੀ ਡੈਫੀਨੇਸ਼ਨ ਨੂੰ ਦੇਖੀਏ ਜਾਂ ਜੇ ਅਸੀਂ ਇਹਦੀ ਸਿਧਾਂਤਕ ਪਰਖ ਕਰੀਏ ਤਾਂ ਰੂਰਲ ਇੱਕ ਖਿੱਤਾ ਹੈ ਜਿਹਨੂੰ ਸਰਕਾਰ ਨੇ ਡਿਫਾਈਨ ਕੀਤਾ ਹੋਇਆ ਕਿ ਜਿਹੜਾ ਸ਼ਹਿਰੀ ਨਹੀਂ ਹੈ ਉਹ ਰੂਰਲ ਹੈ। ਸ਼ਹਿਰ ਦੀ ਡੈਫੀਨੇਸ਼ਨ ਹੈ, ਜਿਹੜਾ ਸ਼ਹਿਰੀ ਨਹੀਂ ਹੈ ਉਹ ਰੂਰਲ ਹੈ। ਮੁੱਖ ਰੂਪ ਦੇ ਵਿੱਚ ਤੁਸੀਂ ਇਸ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰ ਜੇ ਅਸੀਂ ਕਾਇਨਾਤ ਨੂੰ ਦੇਖੀਏ, ਸਾਰੀ ਦੁਨੀਆ ਨੂੰ ਦੇਖੀਏ, ਸਾਰੇ ਲੋਕਾਂ ਨੂੰ ਦੇਖੀਏ, ਜੇ ਅਸੀਂ ਸਾਰੀ ਕਾਇਨਾਤ ਨੂੰ, ਸਾਰੀ ਦੁਨੀਆ ਨੂੰ 4 ਹਿੱਸਿਆਂ 'ਚ ਵੰਡ ਲਈਏ ਤਾਂ 3 ਹਿੱਸੇ ਰੂਰਲ ਦੇ ਆ, 1 ਹਿੱਸਾ ਅਰਬਨ ਦਾ। ਕਿਵੇਂ? ਉਦਾਹਰਨ ਦੇ ਰੂਪ ਦੇ ਵਿੱਚ ਕਿ ਜੋ ਵਸਤੂਆਂ ਰੂਰਲ 'ਚ ਪੈਦਾ ਹੁੰਦੀਆਂ ਉਹ ਰੂਰਲ 'ਚ ਵਿਕਦੀਆਂ, ਇੱਕ ਖਿੱਤਾ ਇਹ ਹੈ। ਦੂਜਾ ਖਿੱਤਾ ਹੈ ਕਿ ਜੋ ਪਿੰਡਾਂ 'ਚ ਪੈਦਾ ਹੁੰਦੀਆਂ ਰੂਰਲ ਮਤਲਬ ਪਿੰਡਾਂ 'ਚ ਪੈਦਾ ਹੁੰਦੀਆਂ ਉਹ ਸ਼ਹਿਰ 'ਚ ਆ ਕੇ ਵਿਕਦੀਆਂ, ਦੂਜਾ ਖਿੱਤਾ ਇਹ ਹੈ। ਤੀਜਾ ਖਿੱਤਾ ਕੀ ਹੈ ਕਿ ਜੋ ਸ਼ਹਿਰ 'ਚ ਪੈਦਾ ਹੁੰਦਾ ਉਹ ਪਿੰਡ 'ਚ ਜਾ ਕੇ ਵਿਕਦਾ ਹੈ। ਚੌਥਾ ਖਿੱਤਾ ਕੀ ਹੈ ਦੁਨੀਆ ਦੀ, ਜੇ ਕਾਇਨਾਤ ਨੂੰ ਦੇਖੀਏ ਤਾਂ ਸਾਰੀ ਦੁਨੀਆ ਨੂੰ ਜੇ ਆਪਾਂ ਪਰਖੀਏ, ਚੌਥਾ ਖਿੱਤਾ ਕੀ ਹੈ ਕਿ ਜੋ ਸ਼ਹਿਰ 'ਚ ਪੈਦਾ ਹੁੰਦਾ ਉਹ ਸ਼ਹਿਰ 'ਚ ਹੀ ਵਿਕਦਾ। ਸੋ ਆਰ ਜਿਹੜਾ ਉਹ 3 ਖਿੱਤਿਆਂ 'ਚ ਆਉਂਦਾ, ਰੂਰਲ 3 ਖਿੱਤਿਆਂ 'ਚ ਆਉਂਦਾ। ਜੋ ਚੀਜ਼ ਪਿੰਡ 'ਚ ਪੈਦਾ ਹੋਈ ਪਿੰਡ 'ਚ ਵਿਕੀ, ਜੋ ਚੀਜ਼ ਪਿੰਡ 'ਚ ਪੈਦਾ ਹੋਈ ਸ਼ਹਿਰ 'ਚ ਵਿਕੀ, ਜੋ ਚੀਜ਼ ਸ਼ਹਿਰ 'ਚ ਪੈਦਾ ਹੋਈ ਉਹ ਪਿੰਡ 'ਚ ਵਿਕੀ, ਜੋ ਚੀਜ਼ ਸ਼ਹਿਰ 'ਚ ਪੈਦਾ ਹੋਈ ਉਹ ਸ਼ਹਿਰ 'ਚ ਵਿਕੀ। ਘਬਰਾਇਓ ਨਾ ਜੇ, ਮੈਂ ਤੁਹਾਨੂੰ ਉਦਾਹਰਨਾਂ ਦੇ ਕੇ ਵੀ ਗੱਲ ਸਮਝਾਉਂਗਾ। 4 ਹਿੱਸਿਆਂ 'ਚ ਜੇ ਦੁਨੀਆ ਨੂੰ ਵੰਡੀਏ ਤਾਂ 3 ਖਿੱਤੇ ਜਿਹੜੇ ਆ ਉਹ ਪਿੰਡ ਦੇ ਖਿੱਤੇ ਆ, ਰੂਰਲ ਦੇ ਖਿੱਤੇ ਆ ਡੈਫੀਨੇਸ਼ਨ ਦੇ ਹਿਸਾਬ ਨਾਲ। ਸੋ ਸਾਡੀ ਅਹਿਮੀਅਤ ਰੂਰਲ ਖਿੱਤੇ ਦੀ ਬਹੁਤ ਜ਼ਿਆਦਾ ਹੈ। 3 ਹਿੱਸੇ ਕਿਉਂਕਿ ਸਾਡੇ ਕੋਲੇ ਆ, ਸਾਡੀ ਜ਼ਿੰਮੇਵਾਰੀ, ਜੇ ਅਹਿਮੀਅਤ ਸਾਡੀ ਜ਼ਿਆਦਾ ਹੈ, ਜਿਹੜੇ ਇਨਸਾਨ ਦੀ ਅਹਿਮੀਅਤ ਜ਼ਿਆਦਾ ਹੁੰਦੀ ਆ ਉਸ ਇਨਸਾਨ ਦੀ ਜ਼ਿੰਮੇਵਾਰੀ ਵੀ ਜ਼ਿਆਦਾ ਹੁੰਦੀ ਹੈ। ਸੋ ਸਾਡੇ ਖਿੱਤੇ ਦੇ ਲੋਕਾਂ ਦੀ ਜ਼ਿੰਮੇਵਾਰੀ ਵੀ ਬਹੁਤ ਆ, ਜਿੱਦਾਂ ਕਿ ਤੁਸੀਂ ਬਹੁਤ ਵਧੀਆ ਜ਼ਿੰਮੇਵਾਰੀ ਨਿਭਾ ਰਹੇ ਹੋ। ਜਿੰਨੇ ਵੀ ਲਿਸਨਰ ਮੈਨੂੰ ਸੁਣ ਰਹੇ ਆ ਉਹ ਸਾਰੇ ਆਪਣੇ ਆਪਣੇ ਖਿੱਤੇ ਦੇ ਵਿੱਚ ਬਹੁਤ ਵਧੀਆ, ਆਪਣੇ ਆਪਣੇ ਖੇਤਰ ਦੇ ਵਿੱਚ ਬਹੁਤ ਵਧੀਆ ਜ਼ਿੰਮੇਵਾਰੀ ਨਿਭਾ ਰਹੇ ਹੋ। ਪੈਦਾਵਾਰ ਦੇ ਖੇਤਰ ਦੇ ਵਿੱਚ ਤੁਸੀਂ ਜਿਣਸ ਪੈਦਾ ਕਰਦੇ ਹੋ, ਅੱਪੜ ਦੀ ਕਰਦੇ ਹੋ, ਪਹੁੰਚ ਦੀ ਕਰਦੇ ਹੋ। ਲੋਕ ਆਪਣਾ 3 ਡੰਗ ਖਾਣਾ ਖਾਂਦੇ ਆ, ਸਿਹਤ ਦੇ ਪ੍ਰਤੀ ਵਫਾਦਾਰੀ ਦਿਖਾਉਂਦੇ ਆ ਤੇ ਗਾਂ ਦੁਨੀਆ ਦੇ ਵਿੱਚ ਵਿਚਰਦੇ ਆ ਤੇ ਆਪਣੇ ਆਪਣੇ ਖਿੱਤੇ ਦੇ ਵਿੱਚ ਕੰਮ ਕਰਕੇ ਦੁਨੀਆ ਨੂੰ ਮੁਨਾਫਾ ਦੇ ਰਹੇ ਆ। ਦੁਨੀਆ ਚੱਲ ਰਹੀ ਹੈ ਸਿਰਫ ਤੇ ਸਿਰਫ ਸਾਡੇ ਭੋਜਨ ਕਰਕੇ ਦੁਨੀਆ ਚੱਲ ਰਹੀ ਹੈ। ਸੋ ਜੇ ਅਸੀਂ ਰੂਰਲ ਮਾਰਕੀਟਿੰਗ ਨੂੰ ਹੋਰ ਤਰੀਕੇ ਨਾਲ, ਤੀਜੀ ਡਾਈਮੈਂਸ਼ਨ ਨਾਲ ਘੋਖੀਏ, ਐਕਸਚੇਂਜ ਦੇ ਹਿਸਾਬ ਨਾਲ, ਐਕਸਚੇਂਜ ਦਾ ਮਤਲਬ ਲੈਣਾ ਦੇਣਾ, ਲੈਣ ਦੇਣ। ਅੱਜ ਵੀ ਸਾਡੀ ਇਸ ਮਾਧਿਅਮ ਰਾਹੀਂ ਦਰਬਾਰੇ ਖਾਲਸਾ ਚੈਨਲ ਦੇ ਰਾਹੀਂ ਸਾਡੀ ਐਕਸਚੇਂਜ ਹੋ ਰਹੀ ਹੈ। ਇਹ ਵੀ ਇੱਕ ਮੰਡੀ ਹੈ ਜੀ, ਇਹ ਵੀ ਇੱਕ ਖਿੱਤਾ ਹੈ, ਇਹ ਵੀ ਇੱਕ ਮੰਡੀ ਹੈ। ਐਕਸਚੇਂਜ ਕਿਸ ਗੱਲ ਦੀ ਹੋ ਰਹੀ ਹੈ? ਰੂਰਲ ਮਾਰਕੀਟਿੰਗ ਦੇ ਵਿਚਾਰਾਂ ਦੀ ਐਕਸਚੇਂਜ ਹੋ ਰਹੀ ਹੈ। ਮੈਂ ਆਪਣੀ ਜਾਣਕਾਰੀ, ਜੋ ਵੀ ਮੇਰੇ ਸਰੀਰ ਦੇ ਭਾਰੀ ਅੰਗ ਦੇ ਵਿੱਚ, ਜੋ ਵੀ ਮੈਂ ਵਿੱਦਿਆ ਰਾਹੀਂ ਗ੍ਰਹਿਣ ਕੀਤੀ, ਦਿਮਾਗ ਦੇ ਵਿੱਚ ਜੋ ਵੀ ਮੇਰੇ ਵਿੱਦਿਆ ਹੈ, ਉਹ ਵਿੱਦਿਆ ਮੈਂ ਤੁਹਾਡੇ ਨਾਲ ਐਕਸਚੇਂਜ ਕਰ ਰਿਹਾ। ਇਹ ਵੀ ਇੱਕ ਮੰਡੀ ਹੈ ਜੀ। ਹੁਣ ਇਹਨੂੰ ਵੀ ਅਸੀਂ ਰੂਰਲ ਮਾਰਕੀਟ ਹੀ ਕਵਾਂਗੇ। ਸੋ ਮੈਂ ਤੁਹਾਨੂੰ ਸਮਝਾਉਣ ਦੀ ਤਾਂ ਕੋਸ਼ਿਸ਼ ਕਰ ਰਿਹਾ ਉਦਾਹਰਨ ਦੇ ਕੇ ਕਿ ਕਈ ਵਾਰੀ ਅਸੀਂ ਬਹੁਤ ਸੋਚ ਨੂੰ ਛੋਟਾ ਕਰ ਲੈਂਦੇ ਆ ਕਿ ਜੋ ਚੀਜ਼ ਅਸੀਂ ਬਣਾਈ ਉਹਨੂੰ ਵੇਚਣਾ ਹੀ ਰੂਰਲ ਮਾਰਕੀਟ ਹੈ। ਨਹੀਂ, ਉਹ ਰੂਰਲ ਮਾਰਕੀਟਿੰਗ ਨਹੀਂ ਹੈ। ਜੋ ਅਸੀਂ ਖਰੀਦਦੇ ਆ, ਜਿੱਥੇ ਐਕਸਚੇਂਜ ਆ, ਤੀਜਾ ਡਾਈਮੈਂਸ਼ਨ ਬਹੁਤ ਇੰਪੋਰਟੈਂਟ ਆ, ਸਮਝਣ ਦੀ ਲੋੜ ਆ। ਜਿੱਥੇ ਵਾਰਤਾਲਾਪ ਆ, ਜਿੱਥੇ ਐਕਸਚੇਂਜ ਆ, ਕਿਸੇ ਕਿਸਮ ਦੀ ਵੀ ਐਕਸਚੇਂਜ ਆ, ਭਾਵੇਂ ਉਹ ਸਰਵਿਸ ਦੀ ਐਕਸਚੇਂਜ ਆ, ਭਾਵੇਂ ਉਹ ਪ੍ਰੋਡਕਟ ਦੀ ਐਕਸਚੇਂਜ ਆ, ਭਾਵੇਂ ਉਹ ਵਸਤੂਆਂ ਤੇ ਸਰਵਿਸ ਦੋਨਾਂ ਦੀ ਐਕਸਚੇਂਜ ਆ, ਉੱਥੇ ਰੂਰਲ ਮਾਰਕੀਟਿੰਗ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਆ ਜਾਂਦੀ ਹੈ। ਸਿਰਫ ਇੱਕ ਖਿੱਤਾ ਛੱਡ ਕੇ ਕਿ ਜੋ ਚੀਜ਼ਾਂ ਸ਼ਹਿਰ 'ਚ ਪੈਦਾ ਹੁੰਦੀਆਂ ਸ਼ਹਿਰ 'ਚ, ਉਹ ਸ਼ਹਿਰ 'ਚ ਹੀ ਵਿਕਦੀਆਂ। ਬਹੁਤ ਥੋੜੀਆਂ ਚੀਜ਼ਾਂ ਜੋ ਸ਼ਹਿਰ 'ਚ ਪੈਦਾ ਹੁੰਦੀਆਂ ਤੇ ਸ਼ਹਿਰ 'ਚ ਹੀ ਵਿਕਦੀਆਂ, ਪਰ ਜ਼ਿਆਦਾ ਚੀਜ਼ਾਂ ਪਿੰਡ 'ਚ ਪੈਦਾ ਹੁੰਦੀਆਂ, ਪਿੰਡ ਤੋਂ ਸ਼ਹਿਰ ਵਿਕਦੀਆਂ, ਪਿੰਡ ਤੋਂ ਪਿੰਡ ਵਿਕਦੀਆਂ ਤੇ ਉਸ ਤੋਂ ਬਾਅਦ ਸ਼ਹਿਰ ਤੋਂ ਪਿੰਡ ਵਿਕਦੀਆਂ। ਸੋ ਐਕਸਚੇਂਜ ਨੂੰ ਸਮਝਣ ਦੀ ਵੀ ਲੋੜ ਹੈ। ਜਿੱਦਾਂ ਅਸੀਂ ਲਾਗਤਾਂ ਨੂੰ ਖਰੀਦਦੇ ਆ, ਸੀਡ ਖਰੀਦਦੇ ਆ, ਅਸੀਂ ਕਹਿ ਲਓ ਮਸ਼ੀਨਰੀ ਖਰੀਦਦੇ ਆ, ਅਸੀਂ ਯੂਨੀਵਰਸਿਟੀ ਤੋਂ ਜਾਂ ਖੇਤੀਬਾੜੀ ਮਹਿਕਮੇ ਤੋਂ ਜਾਂ ਹੋਰ ਜਿਹੜੇ ਅਲਾਈਡ ਮਹਿਕਮੇ ਉਹਨਾਂ ਤੋਂ ਨੌਲੇਜ ਖਰੀਦਦੇ ਆ, ਉਹਨਾਂ ਤੋਂ ਨੌਲੇਜ ਲੈਂਦੇ ਆ, ਉਹ ਵੀ ਲਾਗਤ ਹੈ। ਜਦੋਂ ਲਾਗਤ ਨੂੰ ਅਸੀਂ ਲੈਂਦੇ ਆ, ਪਿੰਡਾਂ ਦੇ ਵਿੱਚ ਵਰਤਦੇ ਆ ਲਾਗਤ ਨੂੰ, ਉਹ ਵੀ ਇੱਕ ਰੂਰਲ ਮਾਰਕੀਟਿੰਗ ਦਾ ਹੀ ਅੰਗ ਹੈ। ਸੋ ਮੈਂ ਰੂਰਲ ਮਾਰਕੀਟਿੰਗ ਦੀ ਸਿਧਾਂਤਕ ਸੋਚ ਤੁਹਾਡੇ ਸਨਮੁਖ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਰੂਰਲ ਮਾਰਕੀਟਿੰਗ ਬਾਰੇ ਪਤਾ ਲੱਗ ਗਿਆ ਹੋਣਾ ਕਿ ਰੂਰਲ ਮਾਰਕੀਟ ਬੇਸਿਕਲੀ ਹੈ ਕੀ। ਉਸ ਤੋਂ ਬਾਅਦ ਮੈਂ ਆਪਣਾ ਦੂਜਾ ਸੁਨੇਹਾ ਸ਼ੁਰੂ ਕੀਤਾ। ਪਹਿਲਾ ਸੁਨੇਹਾ ਮੇਰਾ ਸਿਰਫ ਇਹੀ ਹੈ ਜੀ
ਕਿ ਮੈਂ ਤੁਹਾਨੂੰ ਰੂਰਲ ਮਾਰਕੀਟਿੰਗ ਬਾਰੇ ਜਾਣਕਾਰੀ ਦੇਣੀ ਸੀ, ਜਿਹਦੇ ਮੈਂ 3 ਪੜਤਾਲਾਂ ਕੀਤੀਆਂ ਤੁਹਾਡੇ ਨਾਲ। ਔਰ ਮੈਂ ਉਮੀਦ ਕਰਦਾ ਕਿ ਜਿਹੜੀਆਂ 3 ਪੜਤਾਲਾਂ ਮੈਂ ਤੁਹਾਡੇ ਨਾਲ ਕੀਤੀਆਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦਿਮਾਗ ਦੇ ਵਿੱਚ ਘਰ ਕਰ ਗਈਆਂ ਹੋਣਗੀਆਂ। ਤੁਹਾਡੇ ਜਦੋਂ ਇਹ ਗੱਲ ਘਰ ਕਰ ਗਈ ਤਾਂ ਤੁਹਾਡਾ ਦਾਇਰਾ ਜਿਹੜਾ ਦਿਮਾਗ ਦਾ ਸੋਚਣ ਦਾ ਦਾਇਰਾ ਉਹ ਵੱਧ ਜਾਣਾ ਅੱਜ ਤੋਂ ਬਾਅਦ, ਕਿਉਂਕਿ ਇਹ ਵਿਸ਼ਾ ਬਹੁਤ ਇੰਪੋਰਟੈਂਟ ਹੈ। ਇਸ ਵਿਸ਼ੇ ਨੂੰ ਬਹੁਤ ਲੋਕ ਘੱਟ ਟੱਚ ਕਰਦੇ ਆ। ਅਗਲਾ ਕਹਿੰਦਾ ਕਿ ਵੀ ਅਗਲਾ ਅਸਿਊਮ ਕਰ ਲੈਂਦਾ, ਸਾਡੇ ਖਿੱਤੇ ਦੇ ਲੋਕ ਇਹ ਮੰਨ ਕੇ ਚੱਲਦੇ ਆ ਕਿ ਲੋਕਾਂ ਨੂੰ ਇਹ ਗੱਲ ਪਤਾ ਹੋਊਗੀ, ਪਰ ਮੈਜੋਰਿਟੀ ਲੋਕਾਂ ਨੂੰ ਅਸੀਂ ਤਾਂ ਵਿਚਰਦੇ ਆ, ਮੈਜੋਰਿਟੀ ਜਿਹੜਾ ਬੰਦਾ ਵਿਚਰਦਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਨਹੀਂ ਪਤਾ ਲੋਕਾਂ ਨੂੰ। ਲੋਕੀ ਮੈਜੋਰਿਟੀ ਸਿਰਫ ਵੇਚਣ ਨੂੰ ਹੀ ਮੰਡੀਕਰਨ ਕਹਿੰਦੇ ਆ, ਖਰੀਦਣਾ ਵੀ ਮੰਡੀਕਰਨ ਹੈ ਜੀ, ਕਿਉਂਕਿ ਜਿਹੜਾ ਬੰਦਾ ਸੁਚੱਜੀ ਖਰੀਦ ਕਰਦਾ ਹੈ ਉਹ ਸੁਚੱਜੀ ਵੇਚ ਕਰਦਾ, ਪਹਿਲੀ ਗੱਲ। ਦੂਜੀ ਗੱਲ, ਜਿਹੜਾ ਸੁਚੱਜੀ ਤੇ ਵਾਜਬ ਖਰੀਦ ਕਰਦਾ ਉਹ ਵਪਾਰੀ ਬਣ ਜਾਂਦਾ, ਉਹਦੀ ਸੋਚ ਵਪਾਰਕ ਹੋ ਜਾਂਦੀ ਹੈ, ਕਿਉਂਕਿ ਜਿਹੜਾ ਸਸਤੀ ਖਰੀਦ ਕਰ ਗਿਆ ਉਹ ਚੀਜ਼ ਸਸਤੀ ਵੇਚੂਗਾ ਵੀ ਗਾਂ ਜਾ ਕੇ। ਤਾਂ ਡੈਫੀਨੇਟਲੀ ਕੰਪੀਟੀਸ਼ਨ ਹੈ, ਕੰਪੀਟੀਸ਼ਨ ਦਾ ਯੁੱਗ ਆ, ਮੁਕਾਬਲੇ ਦਾ ਯੁੱਗ ਹੈ। ਜਦੋਂ ਤੁਸੀਂ ਸਸਤੀ ਵੇਚੋਗੇ ਨਾਲ ਦਾ ਬੰਦਾ ਤੁਹਾਡੇ ਤੋਂ ਹਾਰ ਜਾਊਗਾ, ਕਿਉਂਕਿ ਮੈਂ ਪਿਛਲੇ ਲੈਕਚਰ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਮਾਰਕੀਟਿੰਗ ਸਾਰੀ ਗੇਮਸਮੈਨਸ਼ਿਪ ਹੈ, ਖੇਡ ਦੀ ਤਰ੍ਹਾਂ ਖੇਡਣੀ ਚਾਹੀਦੀ ਹੈ ਸਾਨੂੰ। ਜਿੱਦਾਂ ਅਸੀਂ ਇੱਕ ਸਪੋਰਟ ਕਰਦੇ ਹਾਂ, ਜਿੱਦਾਂ ਅਸੀਂ ਕੋਈ ਵੀ ਖੇਡ ਨੂੰ ਖੇਡਦੇ ਹਾਂ, ਭਾਵੇਂ ਉਹ ਹਾਕੀ ਹੋਵੇ, ਭਾਵੇਂ ਕ੍ਰਿਕਟ ਹੋਵੇ, ਭਾਵੇਂ ਫੁੱਟਬਾਲ ਹੋਵੇ, ਭਾਵੇਂ ਹੈਂਡਬਾਲ ਹੋਵੇ, ਭਾਵੇਂ ਬਾਸਕਟਬਾਲ ਹੋਵੇ, ਤਾਂ ਅਸੀਂ ਰੂਲਾਂ ਦੇ ਤਹਿਤ ਖੇਡਦੇ ਹਾਂ, ਸਿਧਾਂਤਕ ਖੇਡ ਖੇਡਦੇ ਹਾਂ। ਇਹ ਵੀ ਇੱਕ ਸਿਧਾਂਤਕ ਖੇਡ ਹੈ ਮੰਡੀਕਰਨ। ਜੇ ਤੁਸੀਂ ਰੂਰਲ ਮਾਰਕੀਟਿੰਗ ਦੇ ਵਿੱਚ ਖੁੱਬੇ ਹੋਏ ਹੋ, ਕਿਉਂਕਿ ਸਾਰੀ ਕਾਇਨਾਤ ਖੁੱਬੀ ਹੋਈ ਹੈ ਜੀ, ਪਿੰਡ ਦੇ ਜਿੰਨੇ ਵੀ ਵਸਨੀਕ ਹੈ ਸਾਰੇ ਰੂਰਲ ਮਾਰਕੀਟਿੰਗ ਦੇ ਹਿੱਸੇਦਾਰ ਆ, ਬਹੁਤ ਜ਼ਬਰਦਸਤ ਹਿੱਸੇਦਾਰ ਆ, ਕਿਉਂਕਿ ਹਰੇਕ ਨੇ ਸੀਡ ਖਰੀਦਣਾ, ਹਰੇਕ ਨੇ ਮਸ਼ੀਨਰੀ ਖਰੀਦਣੀ, ਹਰੇਕ ਨੇ ਆਪਣੀ ਜਿਣਸ ਵੇਚਣੀ, ਕਿਸੇ ਨੇ ਆਪਣੀ ਜਿਣਸ ਤੋਂ ਉਤਪਾਦ ਤਿਆਰ ਕਰਕੇ ਵੇਚਣੇ। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਲੜੀ ਵਾਰਤਾ ਦੇ ਵਿੱਚ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਦੂਜਾ ਸੁਨੇਹਾ ਬਹੁਤ ਇੰਪੋਰਟੈਂਟ ਆ ਰੂਰਲ ਮਾਰਕੀਟਿੰਗ ਦੇ ਵਿੱਚ। ਦੂਜਾ ਸੁਨੇਹਾ ਜਿਹੜਾ ਤੁਸੀਂ ਖਿੱਤੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਦੂਜਾ ਸੁਨੇਹਾ ਬਹੁਤ ਇੰਪੋਰਟੈਂਟ ਹੈ ਕਿ ਹੈ ਕੀ ਬੇਸਿਕਲੀ, ਪਿੰਡ ਹੈ ਕੀ ਬੇਸਿਕਲੀ, ਏਰੀਆ ਹੈ ਕੀ। ਜਿੱਦਾਂ ਸਾਡਾ ਸੂਬਾ ਪੰਜਾਬ, ਦੂਜਾ ਸੁਨੇਹਾ ਸਾਡਾ ਸੂਬਾ ਪੰਜਾਬ, ਅਸੀਂ ਖਿੱਤੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਦੂਜੇ ਸੁਨੇਹੇ ਦੇ ਵਿੱਚ ਕਿ 65.5% ਪਾਪੂਲੇਸ਼ਨ ਹੈ ਜਿਹੜੀ ਕਿ ਤਕਰੀਬਨ 1.75 ਕਰੋੜ ਬਣ ਜਾਂਦੀ ਹੈ, 1.73 ਕਰੋੜ ਬਣਦੀ ਹੈ ਤੇ ਰਾਉਂਡ ਆਫ ਕਰ ਦਈਏ ਤਾਂ ਇਹ ਆਪਾਂ ਲਾ ਲਓ ਕਿ ਵੀ ਇਹ ਜਿਹੜੀ ਪਾਪੂਲੇਸ਼ਨ ਹੈ, ਇਹ ਪਿੰਡਾਂ ਦੀ ਪਾਪੂਲੇਸ਼ਨ ਹੈ। 75% ਦਾ ਲਿਟਰੇਸੀ ਲੈਵਲ ਹੈ ਜੀ, 75% ਲਿਟਰੇਸੀ ਲੈਵਲ। ਇਹਦਾ ਮਤਲਬ 75% ਲੋਕ ਜਾਣਦੇ ਆ, ਸਮਝਦੇ ਆ, ਪੜ੍ਹਾਈ ਨਾਲ ਜੁੜ ਸਕਦੇ ਆ। ਅੱਜ ਆਪਾਂ ਉਸ 75% ਨੂੰ ਰੀਪ੍ਰੈਜ਼ੈਂਟ ਕਰ ਰਹੇ ਹਾਂ ਕਿ ਅਸੀਂ ਇਹ ਗੱਲ ਨੂੰ ਸਿੱਖਣਾ ਚਾਹ ਰਹੇ ਹਾਂ ਕਿ ਹੈ ਕੀ ਬੇਸਿਕਲੀ। ਉਸ ਤੋਂ ਬਾਅਦ ਆਪਾਂ ਦੇਖਣ ਚ ਆਇਆ ਕਿ ਪੰਜਾਬ ਦੀ ਜਿਹੜੀ ਰੂਰਲ ਪਾਪੂਲੇਸ਼ਨ ਹੈ ਇਹ ਡਾਟਾ ਵੀ ਇਹੀ ਰਿਫਲੈਕਟ ਕਰਦਾ। ਜਦੋਂ ਅਸੀਂ ਡਾਟਾ ਮਾਈਨਿੰਗ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਘੋਖਦੇ ਹਾਂ ਡਾਟੇ ਨੂੰ, ਤਾਂ ਉਹਦੇ ਵਿੱਚ ਲਿਖਿਆ ਕਿ ਇਹਦੀ ਇਨਕਮ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਰੂਰਲ ਇਨਕਮ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇਹ ਵੀ ਘੋਖ ਹੈ। ਦੂਜੀ ਗੱਲ ਹੈ ਸਭ ਤੋਂ ਇੰਪੋਰਟੈਂਟ ਘੋਖ, ਕਿ ਲੋਕੀ ਮਿਥ ਦੇ ਵਿੱਚ ਵਿਸ਼ਵਾਸ ਕਰਦੇ ਆ। ਲੋਕੀ ਕਹਿੰਦੇ ਆ, ਸ਼ਹਿਰਾਂ ਵਾਲੇ ਲੋਕ ਇਹ ਸੋਚਦੇ ਆ ਕਿ ਪਿੰਡਾਂ ਦੇ ਵਿੱਚ ਫਾਸਟ ਮੂਵਿੰਗ ਕੰਜ਼ਿਊਮਰ ਗੁੱਡਸ ਹੁੰਦੀਆਂ ਜਿਹੜੀਆਂ ਖਪਤਕਾਰ ਤੇਜ਼ੀ ਨਾਲ ਖਪਤ ਕਰਦਾ, ਜਿੱਦਾਂ ਟੁੱਥਪੇਸਟ ਹੋ ਗਈ, ਬਰਸ਼ ਹੋ ਗਿਆ, ਆਪਣਾ ਜਿਹੜਾ ਕਾਸਮੈਟਿਕ ਦਾ ਸਮਾਨ ਹੋ ਗਿਆ, ਆਪਣੇ ਸ਼ੂਜ਼ ਹੋ ਗਏ, ਜਾਂ ਜਿਹੜੀਆਂ ਫਾਸਟ ਤੇਜ਼ੀ ਨਾਲ ਖਪਤਕਾਰ ਖਪਤ ਕਰਦਾ, ਬਾਰ-ਬਾਰ ਖਪਤ ਕਰਦਾ, ਉਹਦਾ 55% ਸ਼ੇਅਰ ਜਿਹੜਾ ਉਹ ਰੂਰਲ ਮਾਰਕੀਟ ਦੇ ਕੋਲੇ ਹੈ। ਉਹਦਾ ਰੀਜ਼ਨ ਕੀ ਹੈ? ਇਹ ਮਿਥ ਹੈ ਸ਼ਹਿਰਾਂ ਵਾਲੇ ਲੋਕਾਂ ਦੇ ਵਿੱਚ ਕਿ ਅਸੀਂ ਜ਼ਿਆਦਾ ਖਪਤ ਕਰਦੇ ਹਾਂ, ਪਰ ਨਹੀਂ। ਜਿਹੜੇ ਪਿੰਡ ਸ਼ਹਿਰ ਦੇ ਵਿੱਚ ਚੀਜ਼ਾਂ ਬਣਦੀ ਆ ਉਹਦੀ ਜ਼ਿਆਦਾ ਖਪਤ, ਫਾਸਟ ਮੂਵਿੰਗ ਕੰਜ਼ਿਊਮਰ ਗੁੱਡ ਦੀ ਜ਼ਿਆਦਾ ਖਪਤ ਪਿੰਡਾਂ 'ਚ ਹੁੰਦੀ ਹੈ। ਪਹਿਲੀ ਗੱਲ ਤਾਂ ਇੱਕ ਗੱਲ ਤਾਂ ਸਿੱਧੀ ਹੈ ਕਿ ਪਿੰਡ ਦੀ ਪਾਪੂਲੇਸ਼ਨ ਜ਼ਿਆਦਾ ਤਾਂ ਹੁੰਦੀ ਆ, ਪਰ ਪਿੰਡ ਦੀ ਇਨਕਮ ਵੀ ਵੱਧ ਰਹੀ ਆ। ਹੁਣ ਸਾਡੀ ਰੂਰਲ ਮੰਡੀ ਦੀ ਇਨਕਮ ਵੀ ਵੱਧ ਰਹੀ ਆ, ਹੁਣ ਸਾਡੇ ਰੂਰਲ ਲੋਕਾਂ ਦੀ ਇਨਕਮ ਵੀ ਹੌਲੀ-ਹੌਲੀ ਵੱਧ ਰਹੀ ਹੈ। ਉਹਦੇ ਕਾਰਨ ਕਈ ਹੈ, ਹੈਨਾ। ਜਾਂ ਤਾਂ ਉਹਦੇ ਕਾਰਨ ਇਹ ਹੈ ਕਿ ਇੱਕ ਪਿੰਡ ਦੇ ਵਿੱਚ ਹਰੇਕ ਪਰਿਵਾਰ ਦੇ ਵਿੱਚ ਇੱਕ ਬੰਦਾ ਬਾਹਰ ਨੌਕਰੀ ਕਰਨ ਦੀ ਤਾਂਘ ਰੱਖਦਾ ਜਾਂ ਕਰ ਰਿਹਾ। ਦੂਜਾ ਕਾਰਨ ਉਹਦਾ ਇਹ ਹੋ ਸਕਦਾ ਕਿ ਐਗਰੀਕਲਚਰ ਜਿਹੜੀ ਗਰੋ ਕਰ ਰਹੀ ਹੈ, ਜਿਹੜੀ ਕਿ ਲੱਗਦਾ ਕਿ ਇਹ ਗੱਲ ਠੀਕ ਹੈ, ਡਾਟਾ ਵੀ ਇਹੀ ਕਹਿੰਦਾ। ਤੀਜਾ ਕਾਰਨ ਇਹਦਾ ਇਹ ਹੋ ਸਕਦਾ ਕਿ ਪ੍ਰੋਸੈਸਿੰਗ ਸਾਡੀ ਗਰੋ ਕਰ ਰਹੀ ਹੈ, ਕਿ ਜੋ ਅਸੀਂ ਜਿਣਸ ਪੈਦਾ ਕਰਦੇ ਹਾਂ ਤੋਂ ਉਤਪਾਦ ਤਿਆਰ ਹੁੰਦੇ। ਜਦੋਂ ਉਤਪਾਦ ਤਿਆਰ ਹੁੰਦੇ ਆ ਤਾਂ ਆਮਦਨ ਦੇ ਵਿੱਚ ਜਿਹੜਾ ਵਾ ਉਹ ਵਾਧਾ ਹੁੰਦਾ। ਸੋ ਇਸ ਗੱਲ ਨੂੰ ਜੇ ਆਪਾਂ ਮੱਦੇਨਜ਼ਰ ਰੱਖੀਏ, ਇਨਕਮ ਵਾਲੀ ਗੱਲ ਨੂੰ ਜਾਂ ਫਾਸਟ ਮੂਵਿੰਗ ਕੰਜ਼ਿਊਮਰ ਗੁੱਡਸ ਵਾਲੀ ਗੱਲ ਨੂੰ ਜੇ ਅਸੀਂ ਮੱਦੇਨਜ਼ਰ ਰੱਖੀਏ, ਤਾਂ ਜਿਹੜਾ ਰੂਰਲ ਪੰਜਾਬ ਹੈ ਇਹ ਤਰੱਕੀ ਦੇ ਰਾਹਾਂ ਦੇ ਉੱਤੇ ਚੱਲ ਰਿਹਾ ਹੈ। ਉਸ ਤੋਂ ਬਾਅਦ ਜੇ ਆਪਾਂ ਇਸੇ ਗੱਲ ਨੂੰ ਅੱਗੇ ਲੜੀ ਵਾਰਤਾ ਹੀ ਤੋਰੀਏ ਤਾਂ ਰੂਰਲ ਮਾਰਕੀਟ ਜਿਹੜੀ ਹੈ ਉਹ ਕਿੱਦਾਂ ਬਦਲ ਰਹੀ ਹੈ, ਕਿੱਦਾਂ ਤਬਦੀਲ ਹੋ ਰਹੀ ਹੈ, ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਮੰਡੀਕਰਨ ਦੇ ਵਿੱਚ ਆਪਣੇ ਆਪ ਨੂੰ ਇਹ ਮੰਡੀਕਰਨ ਦੀ ਖੇਡ ਖੇਡਣੀ ਹੈ ਤਾਂ ਤੁਹਾਨੂੰ ਇਹ ਸਮਝਣਾ ਪਊਗਾ
ਸ਼ਹਿਰਾਂ ਵਾਲਿਆਂ ਨੂੰ ਵੀ ਇਹ ਗੱਲ ਸਮਝਣੀ ਪਊਗੀ, ਰਲ ਮਿਲ ਕੇ ਹੱਥ ਮਿਲਾ ਕੇ ਚੱਲਣਾ ਪਊਗਾ, ਤਾਂ ਜੋ ਅਸੀਂ ਜਿੱਤ ਪ੍ਰਾਪਤ ਕਰੀਏ ਕਿ ਜੋ ਪਿੰਡ ਚੋਂ ਬਾਹਰ ਆ ਰਿਹਾ ਉਹ ਵੀ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚੇ, ਜੋ ਪਿੰਡ ਦੇ ਵਿੱਚ ਜਾ ਰਿਹਾ ਜਾਂ ਪਿੰਡਾਂ ਦੇ ਵਿੱਚ ਜਾ ਰਿਹਾ, ਸ਼ਹਿਰਾਂ ਵਾਲੇ ਬੰਨਿਓ, ਸ਼ਹਿਰੀ ਪਾਪੂਲੇਸ਼ਨ ਬੰਨਿਓ ਜਾਂ ਸ਼ਹਿਰੀ ਐਂਟਰਪ੍ਰੈਨਿਓਰਸ ਵੱਲੋਂ ਜਾਂ ਸ਼ਹਿਰੀ ਲੋਕਾਂ ਵੱਲੋਂ, ਉਹ ਜਿਹੜੀ ਹੈ ਚੀਜ਼ ਪਿੰਡ ਦੇ ਵਿੱਚ ਸਹੀ ਤਰੀਕੇ ਨਾਲ ਪਹੁੰਚੇ, ਐਕਸਚੇਂਜ ਜਿਹੜੀ ਹੈ ਇਹ ਵਧੀਆ ਹੋਵੇ। ਇਸ ਲਈ ਦੂਜਾ ਸੁਨੇਹਾ ਬਹੁਤ ਇੰਪੋਰਟੈਂਟ ਹੈ ਕਿ ਸਾਨੂੰ ਪੰਜਾਬ ਕਿੱਦਾਂ ਬਦਲ ਰਿਹਾ, ਰੂਰਲ ਪੰਜਾਬ ਕਿੱਦਾਂ ਬਦਲ ਰਿਹਾ, ਅਰਬਨ ਪੰਜਾਬ ਕਿੱਦਾਂ ਬਦਲ ਰਿਹਾ, ਦੋਨੋਂ ਇੱਕ ਦੂਜੇ ਨਾਲ ਹੱਥ ਕਿਵੇਂ ਮਿਲਾ ਰਹੇ ਆ, ਡਿਸਪੈਰਿਟੀ ਕਿਵੇਂ ਘਟਾ ਰਹੇ ਆ, ਕਿਹੜੇ ਇਹੋ ਜਿਹੇ ਹੀਲੇ ਵਸੀਲੇ ਆ ਜਿਨ੍ਹਾਂ ਨਾਲ ਤੁਸੀਂ ਡਿਸਪੈਰਿਟੀ ਤੇ ਠੱਲ ਪਾ ਸਕਦੇ ਹੋ। ਜਿਹੜੀ ਇਹ ਸਾਡਾ ਪਾੜਾ ਵੱਧ ਰਿਹਾ, ਡਿਸਪੈਰਿਟੀ ਮਤਲਬ ਪਾੜਾ, ਜਿਹੜਾ ਇਹ ਸਾਡਾ ਪਾੜਾ ਵੱਧ ਰਿਹਾ, ਇਹਦੇ ਕਿਹੜੇ ਕਿਹੜੇ ਕਾਰਨ ਹੈ, ਅਸੀਂ ਉਹ ਕਿਹੜੇ ਕਿਹੜੇ ਕਾਰਨਾਂ ਨੂੰ ਘੋਕ ਕੇ, ਉਸ ਕਾਰਨਾਂ ਨੂੰ ਅਸੀਂ ਘੋਕ ਕੇ ਕਿੱਦਾਂ ਉਹਨਾਂ ਨੂੰ ਨੇੜਤਾ ਵਾਲੇ ਪਾਸੇ ਨੂੰ ਤੋਰ ਸਕਦੇ ਹਾਂ। ਪੜ੍ਹਾਈ ਦਾ ਫਾਇਦਾ ਸਿਰਫ ਇਹੀ ਹੈ। ਹੁਣ ਜੇ ਦੂਜੇ ਸੁਨੇਹੇ ਨੂੰ ਮੈਂ ਕਨਕਲੂਡ ਕਰਾਂ, ਦੂਜਾ ਸੁਨੇਹਾ ਸਮਝਣ ਦੀ ਲੋੜ ਆ, ਮੈਂ ਸਾਰੀਆਂ ਗੱਲਾਂ ਨਹੀਂ ਕਰ ਸਕਦਾ ਦੂਜੇ ਸੁਨੇਹੇ ਦੇ ਵਿੱਚ, ਕਿਉਂਕਿ ਪੜਤਾਲ ਕਰਨੀ ਹੈ ਜੇ ਪੰਜਾਬ ਦੀ ਤਾਂ ਬਹੁਤ ਲੰਬਾ ਸਮਾਂ ਚਾਹੀਦਾ। ਸੋ ਜੇ ਅਸੀਂ ਦੂਜੇ ਸੁਨੇਹੇ ਨੂੰ ਸਮੇਟਣਾ ਹੈ ਤਾਂ ਦੂਜੇ ਸੁਨੇਹੇ ਨੂੰ ਸਮੇਟਣ ਲਈ ਮੈਂ ਤੁਹਾਨੂੰ ਇੱਕ ਆਖਰੀ ਗੱਲ ਕਹਿਣਾ ਕਿ ਉਹੀ ਰਿਸ਼ਤਾ ਕਾਮਯਾਬ ਹੁੰਦਾ ਦੋਸਤੀ ਦੇ ਵਿੱਚ ਵੀ, ਉਹੀ ਰਿਸ਼ਤਾ ਕਾਮਯਾਬ ਹੁੰਦਾ ਪਰਿਵਾਰਾਂ ਦੇ ਵਿੱਚ ਵੀ, ਉਹੀ ਰਿਸ਼ਤਾ ਕਾਮਯਾਬ ਹੁੰਦਾ ਬਿਜ਼ਨਸ ਦੇ ਵਿੱਚ ਵੀ। ਜਿਹੜੇ ਬਿਜ਼ਨਸ ਰਿਲੇਸ਼ਨ ਹੈ ਉਦੋਂ ਹੀ ਕਾਮਯਾਬ ਹੁੰਦੇ ਆ ਜੀ, ਕੋਈ ਵੀ ਰਿਲੇਸ਼ਨ ਹੈ ਉਦੋਂ ਹੀ ਕਾਮਯਾਬ ਹੁੰਦੇ ਆ ਜਦੋਂ ਤੁਸੀਂ ਇੱਕ ਦੂਜੇ ਨੂੰ ਘੋਖ ਲਓ, ਜਦੋਂ ਤੁਸੀਂ ਚੰਗੀ ਤਰ੍ਹਾਂ ਐਨਾਲਿਸਿਸ ਕਰ ਲਓ, ਜਿਹਦੀ ਜ਼ਰੂਰਤ ਆ ਉਹ ਜ਼ਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ, ਤਾਂ ਰਿਸ਼ਤੇ ਜਿਹੜੇ ਆ ਉਹ ਪ੍ਰਫੁੱਲਤ ਹੁੰਦੇ ਆ। ਜਦੋਂ ਤੁਸੀਂ ਘੋਖਣ ਦੀ ਬਜਾਏ ਉਹਨੂੰ ਇਗਨੋਰ ਕਰੋ, ਜਾਂ ਤੁਸੀਂ ਪੜ੍ਹਾਈ ਦੇ ਨਾਲ ਜੁੜਨਾ ਹੀ ਨਾ ਚਾਹੋ, ਜਾਂ ਤੁਸੀਂ ਸੋਚੋਗੇ ਵੀ ਇਹ ਕੰਮ ਸਰਕਾਰਾਂ ਦਾ ਹੈ, ਤਾਂ ਨਹੀਂ। ਮੇਰੇ ਦੋਸਤੋ, ਮੇਰੇ ਵੀਰੋ, ਜਿੰਨੇ ਵੀ ਲਿਸਨਰ ਮੈਨੂੰ ਸੁਣ ਰਹੇ ਆ, ਮੈਂ ਇੱਥੇ ਸੁਨੇਹੇ ਦੇ ਉੱਤੇ ਕਨਕਲੂਡ ਕਰਨ ਦੀ ਖਾਤਰ ਜ਼ੋਰ ਦੇ ਰਿਹਾ ਕਿ ਇਹ ਤੁਹਾਡੀ ਜ਼ਿੰਮੇਵਾਰੀ ਹੈ, ਸਾਡੀ ਜ਼ਿੰਮੇਵਾਰੀ ਹੈ। ਸਾਨੂੰ ਹੀ ਆਪਣੀਆਂ ਜ਼ਰੂਰਤਾਂ ਨੂੰ ਸਮਝਣਾ ਪਊਗਾ, ਘੋਖਣਾ ਪਊਗਾ। ਸਾਨੂੰ ਹੀ ਆਪਣੀਆਂ ਜਿਹੜੀਆਂ ਨੈਗੇਟਿਵਸ ਹੈ ਉਹਨਾਂ ਨੂੰ ਸਾਨੂੰ ਆਪਣੇ ਆਪ ਦੇ ਵਿੱਚ ਵਿਚਾਰਨਾ ਪਊਗਾ, ਤਾਂ ਜੋ ਅਸੀਂ ਆਪਣੇ ਨੈਗੇਟਿਵਸ ਤੋਂ ਉੱਪਰ ਕੇ ਪੋਜ਼ਿਟਿਵਸ ਵਾਲੇ ਪਾਸੇ ਜਾ ਸਕੀਏ, ਜਿਹੜਾ ਕਿ ਬਿਜ਼ਨਸ ਦਾ ਦ੍ਰਿਸ਼ਟੀਕੋਣ ਹੈ ਉਹ ਇਹੀ ਡਿਮਾਂਡ ਕਰਦਾ ਹੈ। ਬਿਜ਼ਨਸ ਡਾਇਮੈਂਸ਼ਨ ਇਹੀ ਡਿਮਾਂਡ ਕਰਦੀ ਹੈ ਕਿ ਜਿੰਨਾ ਅਸੀਂ ਘੋਖਾਂਗੇ ਉਹਨਾਂ ਸਾਡਾ ਵਪਾਰਕ ਪੱਧਰ ਜਿਹੜਾ ਉਹ ਉੱਚਾ ਹੋਊਗਾ। ਸੋ ਦੂਜੇ ਸੁਨੇਹੇ ਨੂੰ ਮੈਂ ਏਦਾਂ ਕਨਕਲੂਡ ਕੀਤਾ ਕਿ ਪੰਜਾਬ ਨੂੰ ਘੋਖਣ ਦੀ ਲੋੜ ਆ। ਪਿੰਡਾਂ ਵਾਲੇ ਲੋਕ ਪਿੰਡਾਂ ਵਾਲੀਆਂ ਸਮੱਸਿਆਵਾਂ ਨੂੰ ਘੋਖਣ, ਸ਼ਹਿਰਾਂ ਵਾਲੇ ਸ਼ਹਿਰਾਂ ਵਾਲੀਆਂ ਸਮੱਸਿਆਵਾਂ ਨੂੰ ਘੋਖਣ, ਦੋਨਾਂ ਨੇ ਆਪਸ ਵਿੱਚ ਕਿਵੇਂ ਮਿਲਣਾ, ਇਹ ਕਿਉਂਕਿ ਇੱਕ ਐਕਸਚੇਂਜ ਇਹ ਜੀ ਪ੍ਰਫੁੱਲਤ ਕਰ ਸਕਦੀ ਹੈ ਸਾਨੂੰ ਜਿਹੜੀ ਐਕਸਚੇਂਜ ਹੈ, ਜਿਹੜੀ ਵਾਰਤਾਲਾਪ ਹੈ, ਇਹ ਸਾਨੂੰ ਆਪਸ ਵਿੱਚ ਜੋੜ ਸਕਦੀ ਹੈ। ਜਿੰਨਾ ਚੰਗੇ ਤਰੀਕੇ ਨਾਲ ਜੁੜਾਂਗੇ, ਦੋਹੇ ਧਿਰਾਂ ਨੂੰ ਇਸ ਗੱਲ ਦਾ ਐਡਵਾਂਟੇਜ ਹੋਊਗਾ। ਮੇਰਾ ਦੂਜਾ ਸੁਨੇਹਾ ਵੀ ਖਤਮ ਹੁੰਦਾ ਹੈ ਇਸ ਗੱਲ ਦੇ ਉੱਤੇ ਕਿ ਸਾਨੂੰ ਆਪਣੇ ਆਪ ਨੂੰ ਇੱਕ ਦੂਜੇ ਨਾਲ ਜੋੜਨ ਦੀ ਲੋੜ ਆ, ਕਿਉਂਕਿ ਮੈਨੂੰ ਲੱਗਦਾ ਕਿ ਇਸ ਵਿਸ਼ੇ ਦੇ ਉੱਤੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸਾਨੂੰ ਲੋੜ ਆ ਕੰਮ ਕਰਨ ਦੀ। ਤੀਜਾ ਸੁਨੇਹਾ ਕਿ ਜਦੋਂ ਵੀ ਕੋਈ ਪੈਦਾਵਾਰ ਦੇ ਖੇਤਰ ਦੇ ਵਿੱਚ ਸ਼ਹਿਰ ਦੇ ਵਿੱਚੋਂ ਪਿੰਡ ਦੇ ਵਿੱਚ ਜਾਂਦਾ ਤਾਂ ਉਹ ਹਮੇਸ਼ਾ 4A ਹੈ ਜੀ। 4A ਮਤਲਬ ਅਲਫਾਬੈਟ ABC ਜਿੱਦਾਂ ਆਪਾਂ ਬੋਲਦੇ ਹਾਂ, ਤਾਂ 4A ਯਾਦ ਰੱਖਣਾ ਸੌਖਾ ਤੁਹਾਨੂੰ ਹੋ ਜਾਊਗਾ। ਤੀਜਾ ਸੁਨੇਹਾ ਮੇਰਾ ਕਿ ਹਮੇਸ਼ਾ ਅਸੀਂ ਕੀ ਦੇਖਦੇ ਹਾਂ, 4A ਦੇ ਉੱਤੇ ਪਹਿਰਾ ਦਿੰਦੇ ਆ, ਭਾਵੇਂ ਅਸੀਂ ਪਿੰਡ ਤੋਂ ਚੀਜ਼ ਸ਼ਹਿਰ 'ਚ ਵੇਚਣੀ ਆ, ਭਾਵੇਂ ਸ਼ਹਿਰ ਤੋਂ ਪਿੰਡ ਦੇ ਵਿੱਚ ਵੇਚਣੀ ਆ। ਮੈਂ ਉਦਾਹਰਨ ਦੇ ਰੂਪ 'ਚ ਤੁਹਾਨੂੰ ਤਾਂ ਇਹ 4A ਦੱਸਿਆ ਕਿ ਤੁਹਾਨੂੰ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਪਾਣੀ ਸੌਖੀ ਹੋ ਜੂਗੀ। ਪਹਿਲਾ ਇਹ ਹੈਗਾ ਅਫੋਰਡੇਬਿਲਿਟੀ, ਕਿ ਜਦੋਂ ਸ਼ਹਿਰ ਦੇ ਵਿੱਚੋਂ ਕੋਈ ਚੀਜ਼ ਉਤਪਾਦ ਤਿਆਰ ਹੋ ਕੇ ਪਿੰਡ 'ਚ ਜਾਂਦਾ ਤਾਂ ਸਭ ਤੋਂ ਪਹਿਲਾਂ ਉਹ ਐਂਟਰਪ੍ਰੈਨਿਓਰ ਜਿਹੜੇ ਸ਼ਹਿਰ ਦੇ ਵਿੱਚ ਚੀਜ਼ ਪੈਦਾ ਕਰ ਰਿਹਾ, ਪਿੰਡਾਂ ਦੇ ਵਿੱਚ ਵੇਚ ਰਿਹਾ, ਇੱਕ ਖਿੱਤਾ, ਉਹ ਲੋਕ ਅਫੋਰਡੇਬਿਲਿਟੀ ਨੂੰ ਚੈੱਕ ਕਰਦੇ ਆ ਕਿ ਜਿਹੜੀ ਚੀਜ਼ ਅਸੀਂ ਬਣਾ ਰਹੇ ਹਾਂ ਕੀ ਉਹ ਚੀਜ਼ ਜਿਹੜੀ ਆ ਉਹ ਲੋਕੀ ਉਹਨੂੰ ਅਫੋਰਡ ਕਰਨਗੇ, ਕੀ ਉਸ ਚੀਜ਼ ਨੂੰ ਉਹ ਲੋਕਾਂ ਦੀ ਪਾਕਟ ਦੇ ਹਿਸਾਬ ਨਾਲ ਠੀਕ ਹੈ, ਉਹਨਾਂ ਦੀ ਸ਼ਮਤਾ ਹੈਗੀ ਹੈ ਖਰੀਦਣ ਦੀ। ਤਾਂ ਹੀ ਤੁਸੀਂ ਆਮ ਕਰਕੇ ਨੋਟ ਕੀਤਾ ਹੋਊਗਾ, ਮੈਂ ਉਦਾਹਰਨ ਦਊਂਗਾ ਇੱਥੇ, ਕਿ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਹੈ, ਭਾਵੇਂ ਉਹ ਸਾਬਣ ਬਣਾਉਂਦੀਆਂ, ਭਾਵੇਂ ਉਹ ਸ਼ੈਂਪੂ ਬਣਾਉਂਦੀਆਂ, ਭਾਵੇਂ ਉਹ ਟਰੈਕਟਰ ਬਣਾਉਂਦੀਆਂ, ਭਾਵੇਂ ਉਹ ਜਿਹੜੇ ਖੇਤੀ ਮਸ਼ੀਨਰੀ ਦੇ ਸੰਦ ਬਣਾਉਂਦੀਆਂ, ਭਾਵੇਂ ਉਹ ਤੁਹਾਡੇ ਸੀਡ ਪੈਕ ਬਣਾਉਂਦੀਆਂ, ਸੀਡ ਬਣਾਉਂਦੀਆਂ, ਭਾਵੇਂ ਉਹ ਫਰਟੀਲਾਈਜ਼ਰਸ ਬਣਾਉਂਦੀਆਂ, ਉਹ ਸਾਰੀਆਂ ਕੰਪਨੀਆਂ ਇਸ A ਤੇ ਪਹਿਰਾ ਦਿੰਦੀਆਂ, ਅਫੋਰਡੇਬਿਲਿਟੀ। ਤੁਸੀਂ ਵੀ ਪਹਿਰਾ ਦੇਣਾ, ਤੁਸੀਂ ਵੀ ਇਹ ਚੀਜ਼ ਸਿੱਖਣੀ ਹੈ, ਪਿੰਡਾਂ ਵਾਲਿਆਂ ਨੇ ਵੀ ਇਹ ਚੀਜ਼ ਸਿੱਖਣੀ ਹੈ ਕਿ ਜਿਹੜੀ ਚੀਜ਼ ਅਸੀਂ ਪਿੰਡ ਚੋਂ ਸ਼ਹਿਰ 'ਚ ਭੇਜਦੇ ਹਾਂ, ਕੀ ਉਹ ਲੋਕ ਉਸ ਖਿੱਤੇ ਲਈ ਭੇਜਦੇ ਆ ਤੇ ਉਸ ਖਿੱਤੇ ਦੀ ਆਮਦਨ ਕੀ ਹੈ, ਉਸ ਲੋਕਾਂ ਦੀ, ਉਸ ਖਿੱਤੇ ਦੇ ਲੋਕਾਂ ਦੀ ਆਮਦਨ ਕੀ ਹੈ, ਉਹਨਾਂ ਦੀ ਆਮਦਨ ਜਿਹੜੀ ਆ ਉਹ ਕਿੱਦਾਂ ਵੱਧ ਰਹੀ ਹੈ, ਉਹ ਕੀ ਉਹ ਜਿਹੜੀ ਸਾਡੀ ਪੈਦਾ ਕੀਤੀ ਹੋਈ ਚੀਜ਼ ਸ਼ਹਿਦ ਹੈ ਜਾਂ ਖੁੰਭਾ ਹੈ, ਕੀ ਉਹ ਅਫੋਰਡ ਕਰਦੇ ਆ ਇਸ ਰੇਟ ਦੇ ਉੱਤੇ। ਜੇ ਅਸੀਂ ਸ਼ਹਿਦ ਕਿਲੋ ਦੀ ਪੈਕਿੰਗ ਦਈਏ ਤਾਂ 500 ਰੁਪਏ ਤੇ 450 417 ਤੇ ਢੁਕਦਾ।
ਹੁਣ ਹਰੇਕ ਬੰਦਾ 470 ਵਾਲਾ ਸ਼ਹਿਦ ਲੈ ਨਹੀਂ ਸਕਦਾ, ਤਾਂ ਫਿਰ ਡੈਫੀਨੇਟਲੀ ਸ਼ਹਿਦ ਦੇ ਵਪਾਰੀਆਂ ਨੂੰ ਘੋਖਣਾ ਪਊਗਾ ਕਿ 470 ਦੀ ਬਜਾਏ 200 ਗ੍ਰਾਮ ਦੀ ਪੈਕਿੰਗ ਵੀ ਕੱਢੀ ਜਾਵੇ, 200 ml ਵਾਲੀ ਪੈਕਿੰਗ ਵੀ ਕੱਢੀ ਜਾਵੇ, ਤਾਂ ਜੋ ਉਹਦੀ ਛੋਟੀ ਪੈਕਿੰਗ ਹੋਵੇ ਤਾਂ ਉਹਦੀ ਕੀਮਤ ਵੀ ਥੋੜੀ ਹੋਊਗੀ। ਜਿਹੜੇ ਦਿਹਾੜੀਦਾਰ ਲੋਕ ਆ ਉਹ ਉਸ ਸ਼ਹਿਦ ਨੂੰ ਖਰੀਦ ਸਕਣਗੇ, ਜਿਨ੍ਹਾਂ ਦੀ ਆਮਦਨ 25 30 ਹਜ਼ਾਰ 20 ਹਜ਼ਾਰ ਆ, ਉਹ ਉਸ ਸ਼ਹਿਦ ਨੂੰ ਖਰੀਦ ਸਕਣਗੇ, ਉਹ 1 ਕਿਲੋ ਦੀ ਪੈਕਿੰਗ ਨਹੀਂ ਖਰੀਦ ਸਕਦੇ। ਏਦਾਂ ਹੀ ਜਿਹੜੀਆਂ ਕੰਪਨੀਆਂ ਵੱਡੀਆਂ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਸਮਾਨ ਵੇਚਦੀਆਂ, ਤੁਸੀਂ ਨੋਟ ਕੀਤਾ ਹੋਊਗਾ ਸ਼ੈਂਪੂ ਦਾ ਪਾਊਚ ਪੈਕ ਆਉਂਦਾ, ਕਿਉਂ ਆਉਂਦਾ ਜੀ? ਕਿਉਂਕਿ ਸ਼ੈਂਪੂ ਦੀ ਬੋਤਲ 700 ਰੁਪਈਆਂ ਦੀ ਆਉਂਦੀ ਹੈ, 700 ਰੁਪਈਆ ਹਰੇਕ ਪਿੰਡ ਦਾ ਖਪਤਕਾਰ ਨਹੀਂ ਅਫੋਰਡ ਕਰ ਸਕਦਾ, ਤਾਂ ਉਹਨਾਂ ਨੇ ਛੋਟੀ ਪੈਕਿੰਗ ਸ਼ੁਰੂ ਕਰਤੀ। ਮੰਨ ਕੇ ਚੱਲੋ ਇਸ ਗੱਲ ਨੂੰ, ਮੈਂ ਤੁਹਾਨੂੰ ਇਹ ਗੱਲ ਉਦਾਹਰਨ ਸਿਰਫ ਤਾਂ ਦਿੱਤੀ ਹੈ, ਤੁਹਾਨੂੰ ਗੱਲ ਸਮਝ ਲੱਗ ਜਾਏ ਅਫੋਰਡੇਬਿਲਿਟੀ ਦਾ ਚੱਕਰ ਕੀ ਹੈ। ਕਿ ਜੇ ਤੁਸੀਂ 5 ਰੁਪਏ ਸ਼ੈਂਪੂ ਖਰੀਦਦੇ ਹੋ ਤਾਂ ਮਤਲਬ ਤੁਹਾਡੀ ਇੱਕ ਵਾਰੀ ਸਿਰ ਦੀ ਜਿਹੜੀ ਨਹਾਉਣਾ ਉਹ 5 ਰੁਪਏ ਚ ਪੈਂਦਾ, ਪਰ ਜੇ ਤੁਸੀਂ ਬੋਤਲ ਖਰੀਦੋਗੇ ਤਾਂ ਉਹ ਹੋ ਸਕਦਾ 3 ਰੁਪਏ 3.25 ਰੁਪਏ ਚ ਪਵੇ ਜਾਂ 2.5 ਰੁਪਏ ਚ ਪਵੇ, ਪਰ ਤੁਸੀਂ ਮਹਿੰਗੀ ਚੀਜ਼ ਖਰੀਦਦੇ ਹੋ ਉਦੋਂ। ਉਹਦਾ ਪਰ ਰੀਜ਼ਨ ਇਹ ਹੈ ਕਿ ਤੁਸੀਂ ਉਦੋਂ ਉਸ ਮੌਕੇ 5 ਰੁਪਏ ਅਫੋਰਡ ਕਰਦੇ ਹੋ, ਇਸ ਕਰਕੇ ਤੁਹਾਨੂੰ ਲੱਗਦਾ ਕਿ ਇਹ ਸਸਤੀ ਹੈ। ਪਰ ਜਿਹੜੇ ਪੈਦਾਵਾਰ ਦੇ ਖਿੱਤੇ ਦੇ ਵਿੱਚ ਲੋਕ ਆਉਂਦੇ ਆ, ਜਿਹੜੇ ਉਹ ਸ਼ਹਿਰੀ ਵਪਾਰੀ ਆ, ਉਹ ਜ਼ਿਆਦਾ ਪੈਸਾ ਕਮਾਉਂਦੇ ਆ। ਤੁਹਾਨੂੰ ਵੀ ਇਹੀ ਸੋਚ ਰੱਖਣੀ ਪਊਗੀ ਆਪਣੀ ਪੈਕਿੰਗ ਸਾਈਜ਼। ਮੈਂ ਨਾਲ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਨੂੰ ਵੀ ਆਪਣੀ ਪੈਕਿੰਗ ਸਾਈਜ਼ ਉਸ ਹਿਸਾਬ ਨਾਲ ਬਣਾਉਣੀ ਪਊਗੀ, ਤਾਂ ਜੋ ਜਿਹੜੀ ਚੀਜ਼ ਤੁਸੀਂ ਸ਼ਹਿਰਾਂ ਵਾਲਿਆਂ ਨੂੰ ਮੁਹੱਈਆ ਕਰਾਉਣੀ ਆ, ਖਾਸ ਕਰਕੇ ਜਿਹੜੇ ਅਸੀਂ ਜਿੰਸ ਤੋਂ ਉਤਪਾਦ ਤਿਆਰ ਕੀਤੇ ਆ, ਉਹ ਅਫੋਰਡੇਬਲ ਹੋਣ, ਉਹਨਾਂ ਦੀ ਪਾਕਟ ਦੇ ਹਿਸਾਬ ਨਾਲ ਹੋਣ। ਜਿਹੜੇ ਸੈਗਮੈਂਟ ਨੂੰ ਤੁਸੀਂ ਵੇਚਣਾ ਉਸ ਸੈਗਮੈਂਟ ਦੀ ਪਾਕਟ ਦੇ ਹਿਸਾਬ ਨਾਲ ਹੋਣ। ਦੂਜਾ ਇਹ ਹੈਗਾ ਅਵੇਅਰਨੈਸ। ਸ਼ਹਿਰਾਂ ਵਾਲੇ ਲੋਕ ਜਿਹੜੀ ਵੀ ਤੁਹਾਨੂੰ ਚੀਜ਼ ਵਸਤੂ ਵੇਚਦੇ ਆ, ਤੁਹਾਨੂੰ ਆ ਕੇ ਅਵੇਅਰ ਕਰਦੇ ਆ ਪਿੰਡ ਦੇ ਵਿੱਚ ਕਿ ਜੀ ਸਾਡੀ ਉਹ ਭਾਵੇਂ ਸੈਮੀਨਾਰਾਂ ਚਾਹਣ, ਭਾਵੇਂ ਕਾਨਫਰੰਸ ਚਾਹਣ, ਭਾਵੇਂ ਅੱਜ ਕੱਲ੍ਹ ਆ ਵੈਬੀਨਾਰ ਚੱਲ ਕੇ ਜਿਹੜਾ ਕਿ ਆਪਾਂ ਲਾ ਰਹੇ ਹਾਂ ਜ਼ੂਮ ਮੀਟਿੰਗਸ, ਇਹਦੇ ਵਿੱਚ ਅਸੀਂ ਇੱਕ ਦੂਜੇ ਨਾਲ ਗੱਲ ਕਰ ਰਹੇ ਹਾਂ। ਸੋ ਅਵੇਅਰਨੈਸ ਲੈਵਲ ਵਧਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ, ਭਾਵੇਂ ਉਹ ਪੈਫਲੇਟ ਸੁੱਟ ਕੇ ਜਾਣ, ਭਾਵੇਂ ਤੁਹਾਡੇ ਨਾਲ ਉਹ ਮੀਟਿੰਗਸ ਕਰਨ, ਭਾਵੇਂ ਉਹ ਤੁਹਾਨੂੰ ਬੁਲਾਉਣ ਆਪਣੇ ਖਿੱਤੇ ਦੇ ਵਿੱਚ, ਆਪਣੇ ਵਪਾਰ ਦੇ ਵਿੱਚ, ਤੁਸੀਂ ਭਾਵੇਂ ਉੱਥੇ ਜਾਓ, ਭਾਵੇਂ ਉਹ ਟੀਵੀ ਦੇ ਜ਼ਰੀਏ ਤੁਹਾਡੇ ਨਾਲ ਸੰਬੋਧਨ ਹੋਣ, ਤਾਂ ਉਹ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਪਿੰਡਾਂ ਵਾਲੇ ਜਿਹੜੇ ਨੌਜਵਾਨ ਆ, ਉਹਨਾਂ ਨੂੰ ਇੱਕ ਸੁਨੇਹੇ ਦੇ ਰੂਪ ਦੇ ਵਿੱਚ ਇੱਕ ਸੁਨੇਹਾ ਕਿ ਜੇ ਤੁਸੀਂ ਜਿਣਸ ਤੋਂ ਉਤਪਾਦ ਤਿਆਰ ਕਰਦੇ ਹੋ, ਜੇ ਤੁਸੀਂ ਐਗਰੀਕਲਚਰ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਅਵੇਅਰਨੈਸ ਲੈਵਲ ਕ੍ਰੀਏਟ ਕਰਨਾ ਪੈਣਾ ਕਿ ਆਹ ਸਾਡੀ ਜਿਣਸ ਆ ਜੀ, ਇਦਾਂ ਅਸੀਂ ਪੈਦਾ ਕੀਤੀ ਆ, ਆਰਗੈਨਿਕ ਸੈਗਮੈਂਟ ਆ, ਆਹ ਨੈਚੁਰਲ ਸੈਗਮੈਂਟ ਆ, ਆਹ BAU ਰਿਕਮੈਂਡਡ ਆ, ਆਹ ਜਿਹੜੀ ਹੈ ਚੀਜ਼ ਅਸੀਂ ਇਦਾਂ ਤਿਆਰ ਕੀਤੀ ਆ, ਇਹ ਇਸ ਮਹਿਕਮੇ ਦੀ ਸਲਾਹ ਲੈ ਕੇ ਕੀਤੀ ਆ। ਤੁਹਾਨੂੰ ਸਾਰੀ ਅਵੇਅਰਨੈਸ ਕਰਨੀ ਪਊਗੀ ਕਿ ਸਾਡੇ ਕੋਲ ਸਰਟੀਫਿਕੇਸ਼ਨ ਵੀ ਹੈਗੀ ਹੈ ਜੀ, ਸਾਡੀ ਜਿਹੜੀ ਕੀਮਤ ਵੀ ਠੀਕ ਹੈ, ਸਾਡੀ ਵਸਤੂ ਦੀ ਕੁਆਲਿਟੀ ਵੀ ਮਿਆਰੀ ਹੈ, ਸਾਡੇ ਕੋਲੇ FSSAI ਵੀ ਹੈਗਾ। ਤੁਹਾਨੂੰ ਖਪਤਕਾਰਾਂ ਨੂੰ ਅਵੇਅਰ ਕਰਨਾ ਪਊਗਾ। ਇਹ ਰੂਰਲ ਮਾਰਕੀਟਿੰਗ ਦਾ ਦੂਜਾ ਬਹੁਤ ਇੰਪੋਰਟੈਂਟ ਹੈ, ਅਵੇਅਰਨੈਸ। ਪਹਿਲਾਂ ਮੈਂ ਦੱਸਿਆ ਸੀ ਅਫੋਰਡੇਬਿਲਿਟੀ, ਦੂਜਾ ਮੈਂ ਦੱਸਿਆ ਅਵੇਅਰਨੈਸ। ਸੁਚੇਤ ਕਰਨਾ ਤੁਸੀਂ ਲੋਕਾਂ ਨੂੰ, ਖਪਤਕਾਰਾਂ ਨੂੰ ਸੁਚੇਤ ਕਰਨਾ ਤੁਸੀਂ ਉਹ ਸਾਰੇ ਲੋਕਾਂ ਨੂੰ ਜਿਹੜੇ ਤੁਹਾਡੇ ਵਸਤੂਆਂ ਜਾਂ ਤੁਹਾਡੇ ਖਾਣ ਪੀਣ ਵਾਲੇ ਪਦਾਰਥ ਜਾਂ ਜੋ ਵੀ ਤੁਸੀਂ ਘੜਦੇ ਹੋ, ਭਾਵੇਂ ਉਹ ਤੁਸੀਂ ਜਾਣਕਾਰੀ ਘੜਦੇ ਹੋ, ਤਾਂ ਤੁਹਾਨੂੰ ਉਹਨੂੰ ਅਵੇਅਰ ਕਰਨਾ ਪੈਣਾ। ਜਿੱਦਾਂ ਅੱਜ ਮੈਂ ਤੁਹਾਨੂੰ ਅਵੇਅਰ ਕਰ ਰਿਹਾ, ਮੈਂ ਵੀ ਇੱਕ A ਦਾ ਸਹਾਰਾ ਹੀ ਲੈ ਰਿਹਾ ਕਿ ਮੈਂ ਤੁਹਾਨੂੰ ਰੂਰਲ ਮਾਰਕੀਟਿੰਗ ਬਾਰੇ ਅਵੇਅਰ ਕਰ ਰਿਹਾ। ਤੀਜਾ ਜਿਹੜਾ A ਆ, ਬਹੁਤ ਇੰਪੋਰਟੈਂਟ ਵੇ ਆ, ਇਹ ਆ ਅਵੇਲੇਬਿਲਿਟੀ। ਕਿ ਜਿੱਦਾਂ ਸ਼ਹਿਰਾਂ ਵਾਲੇ ਵਪਾਰੀ ਐਂਟਰਪ੍ਰੈਨਿਓਰ ਅਫੋਰਡੇਬਿਲਿਟੀ ਨੂੰ ਦੇਖਦੇ ਹੋਏ, ਤੁਹਾਨੂੰ ਸੁਚੇਤ ਕਰਦਿਆਂ ਹੋਏ, ਉਸ ਵਸਤੂ ਨੂੰ ਮੁਹੱਈਆ ਵੀ ਕਰਾਉਂਦੇ ਆ ਢੁਕਵੇਂ ਟਾਈਮ ਤੇ। ਜੇ ਤੁਸੀਂ ਮੁਹੱਈਆ ਨਾ ਕਰਾਓ ਢੁਕਵੇਂ ਟਾਈਮ ਤੇ, ਤਾਂ ਫਿਰ ਵੀ ਮੰਡੀਕਰਨ ਜਿਹੜਾ ਵਾ ਉਹ ਪ੍ਰਚਲਿਤ ਨਹੀਂ ਰਹਿੰਦਾ। ਮੰਡੀਕਰਨ ਉਹ ਇੱਕ ਇਕੁਏਸ਼ਨ ਜਿਹੜੀ ਆ ਪੋਜ਼ਿਟਿਵ ਨਹੀਂ ਰਹਿੰਦੀ। ਇਸ ਲਈ ਅਵੇਲੇਬਿਲਿਟੀ ਬਹੁਤ ਵੱਡੀ ਚੀਜ਼ ਹੈ। ਜਿੱਦਾਂ ਜੇ ਸ਼ੈਂਪੂ ਵਾਲੇ ਆਪਣੀ ਛੋਟੀ ਪੈਕਿੰਗ ਕੱਢਦੇ ਆ, ਤਾਂ ਤੁਸੀਂ ਦੇਖਿਆ ਹੋਣਾ ਜਿਹੜਾ ਕਲੀਨਿਕ ਸ਼ੈਂਪੂ ਆ ਉਹ ਛੋਟਾ ਪੈਕਿੰਗ ਦੇ ਵਿੱਚ, ਛੋਟੀ ਸ਼ੀਸ਼ੀ ਵੀ, ਪਾਊਚ ਪੈਕਿੰਗ ਵੀ, ਉਹ ਤੁਹਾਡੇ ਰੂਰਲ ਮੰਡੀ ਦੇ ਵਿੱਚ ਹਰਦਮ ਅਵੇਲੇਬਲ ਹੁੰਦਾ। ਚਿਪਸ ਦੇ ਪੈਕੇਟ ਹਰਦਮ ਅਵੇਲੇਬਲ ਹੁੰਦੇ ਆ, ਕੁਰਕਰੇ ਹਰਦਮ ਅਵੇਲੇਬਲ ਹੁੰਦੇ ਆ, ਹਰੇਕ ਦੁਕਾਨ ਤੇ ਪਏ ਹੁੰਦੇ ਆ। ਪਿੰਡ ਦੇ ਵਿੱਚ ਰਸਤੇ ਦੇ ਵਿੱਚ ਜਿਹੜੀਆਂ ਫੜੀਆਂ ਹੁੰਦੀਆਂ, ਰੇਹੜੀਆਂ ਹੁੰਦੀਆਂ, ਉਹਨਾਂ ਤੇ ਵੀ ਕੁਰਕਰੇ ਪਏ ਹੁੰਦੇ ਆ, ਕਿਉਂਕਿ ਉਹ ਉਹਨਾਂ ਦੀ ਇੱਕ ਸਟ੍ਰੈਟਜੀ ਹੈ ਕਿ ਅਸੀਂ 5 ਰੁਪਏ ਦਾ ਪਾਰਲੇ ਜੀ ਬਿਸਕਿਟ ਹੈ, ਜਿੱਦਾਂ ਉਹ ਹਰੇਕ ਜਗ੍ਹਾ ਤੇ ਪਿਆ ਹੋਊਗਾ। ਉਹ ਇੱਕ ਉਹਨਾਂ ਦੀ ਬਹੁਤ ਜ਼ਬਰਦਸਤ ਮਾਰਕੀਟਿੰਗ ਸਟ੍ਰੈਟਜੀ ਆ ਕਿ ਸਮਾਲ ਪੈਕ ਖਰੀਦਿਆ ਜਾਂਦਾ ਤਾਂ ਡੈਫੀਨੇਟਲੀ ਪਾਰਲੇ ਜੀ ਦਾ ਬਿਸਕਿਟ ਤੁਹਾਨੂੰ ਹਰੇਕ ਚਾਹ ਦੀ ਦੁਕਾਨ ਤੇ, ਹਰੇਕ ਫੜੀ ਤੇ, ਹਰੇਕ ਰੇਹੜੀ ਤੇ, ਹਰੇਕ ਛੋਟੀ ਪਿੰਡ ਦੀ ਦੁਕਾਨ ਤੇ, ਵੱਡੀ ਪਿੰਡ ਦੀ ਦੁਕਾਨ ਤੇ, ਸਾਰੀਆਂ ਜਗ੍ਹਾ ਤੇ ਤੁਹਾਨੂੰ ਪਾਰਲੇ ਜੀ ਤੇ ਕਲੀਨਿਕ ਸ਼ੈਂਪੂ ਮਿਲੂਗਾ। ਪਰ ਕਈ ਵਾਰੀ ਕੀ ਹੁੰਦਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਮੁਹੱਈਆ ਕਰਾਉਂਦੇ ਹੋ, ਜਿੱਦਾਂ ਅਚਾਰ, ਮੁਰੱਬੇ, ਜੈਮ, ਜੈਲੀਆਂ, ਸਕੁਐਸ਼, ਉਹ ਸਾਡੇ ਸ਼ਹਿਰਾਂ ਦੇ ਕਾਊਂਟਰ ਤੇ ਸਾਨੂੰ ਨਹੀਂ ਮਿਲਦੀਆਂ। ਅਸੀਂ ਜਾ ਕੇ ਦੁਕਾਨਦਾਰ ਨੂੰ ਕਹਿੰਦੇ ਆ ਕਿ ਯਾਰ ਮੈਨੂੰ ਤੁੱਕੇ ਦਾ ਅਚਾਰ ਚਾਹੀਦਾ, ਨਹੀਂ ਮਿਲਦਾ। ਅਸੀਂ ਕਹਿੰਦੇ ਆ ਸਾਨੂੰ ਚਿੱਬੜ ਦੀ ਚਟਨੀ ਚਾਹੀਦੀ ਆ, ਨਹੀਂ ਮਿਲਦੀ। ਸੋ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਗੱਲ ਨੂੰ ਅੱਜ ਤਰੀਕੇ ਨਾਲ ਸਮਝ ਲਓ ਕਿ ਜੋ ਵੀ ਅਸੀਂ ਪੈਦਾ ਕਰਦੇ ਹਾਂ ਜਿਣਸ, ਜੇ ਉਹਨੂੰ ਪਕਾ ਕੇ ਅਵੇਲੇਬਲ ਕਰਾਉਂਗੇ
ਖਪਤਕਾਰਾਂ ਨੂੰ, ਤਾਂ ਖਪਤਕਾਰਾਂ ਦੀ ਆਦਤ ਬਣੂਗੀ। ਜਿੱਦਾਂ ਉਦਾਹਰਨ ਦੇ ਰੂਪ ਚ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਬਹੁਤ ਇੰਪੋਰਟੈਂਟ ਉਦਾਹਰਨ ਹੈ ਕਿ ਪ੍ਰੋਗਰੈਸਿਵ ਬੀਕੀਪਰਸ ਐਸੋਸੀਏਸ਼ਨ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਆ, ਅਸੀਂ ਹਨੀ ਪਾਊਚ ਵੀ ਬਣਾਏ। ਦੇਖੋ, ਜੇ ਅਸੀਂ ਹਨੀ ਪਾਊਚ ਨੂੰ ਪ੍ਰਮੋਟ ਕੀਤਾ, ਜਿੱਦਾਂ ਸ਼ੈਂਪੂ ਪਾਊਚ ਆ, ਉਦਾਂ ਅਸੀਂ ਹਨੀ ਦੀ ਵੀ ਛੋਟੀ ਪੈਕਿੰਗ ਤਿਆਰ ਕਰਵਾਈ ਜ਼ਿਮੀਂਦਾਰਾਂ ਤੋਂ, ਖੇਤੀ ਵਪਾਰੀਆਂ ਤੋਂ। ਉਹ ਤਾਂ ਤਿਆਰ ਕਰਾਈ ਕਿ ਸਕੂਲਾਂ ਦੇ ਵਿੱਚ, ਕੈਂਟੀਨਸ ਦੇ ਵਿੱਚ, ਰੇਲਵੇ ਸਟੇਸ਼ਨ ਤੇ, ਬੱਸ ਸਟੈਂਡ ਤੇ, ਫਾਰਮਾਸੂਟੀਕਲ ਦੀ ਦੁਕਾਨ ਤੇ ਉਹ ਹਨੀ ਪਾਊਚ ਅਵੇਲੇਬਲ ਹੋਵੇ। ਮੈਂ ਦਿਨ 'ਚ 3 ਘੰਟੇ ਬੋਲਦਾ, ਮੇਰੇ 8 ਘੰਟੇ ਦੀ ਨੌਕਰੀ ਆ ਦਿਨ 'ਚ, ਉਹ 'ਚ ਮੇਰੇ 3 ਘੰਟੇ ਲੈਕਚਰ ਹੁੰਦੇ ਆ, ਮੈਂ 3 ਘੰਟੇ ਬੋਲਦਾ। ਮੇਰਾ ਗਲਾ ਮੇਰਾ ਸਾਥ ਤਾਂ ਹੀ ਦਿੰਦਾ ਕਿ ਮੈਂ ਸ਼ਹਿਦ ਦੀ ਕੰਜ਼ੰਪਸ਼ਨ ਕਰਦਾ, ਮੈਂ ਸ਼ਹਿਦ ਦਾ ਖਪਤਕਾਰ ਹਾਂ, ਮੈਂ ਸ਼ਹਿਦ ਖਾਣਾ, ਮੇਰੀ ਜੇਬ 'ਚ ਪਾਊਚ ਹੁੰਦੇ ਆ। ਮੈਂ ਜਦੋਂ ਮੇਰਾ ਜੀ ਕਰਦਾ, ਮੈਂ ਪਾਊਚ ਸ਼ੈਂਪੂ ਦਾ, ਜਦੋਂ ਮੈਨੂੰ ਲੱਗਦਾ ਕਿ 2 ਘੰਟੇ ਬਾਅਦ ਬੋਲ ਕੇ ਖਰਖਰੀ ਹੁੰਦੀ ਹੈ ਗਲੇ ਦੇ ਵਿੱਚ, ਨਹੀਂ ਬੋਲਿਆ ਜਾਂਦਾ, ਤਾਂ ਮੈਂ ਸ਼ਹਿਦ ਦਾ ਇਸਤੇਮਾਲ ਕਰਦਾ। ਸੋ ਸਾਡੇ ਵਰਗੇ ਖਪਤਕਾਰਾਂ ਨੂੰ ਲੁਭਾਉਣ ਦੀ ਖਾਤਰ, ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੀ ਖਾਤਰ ਅਸੀਂ ਉਹ ਸ਼ੈਂਪੂ ਪਾਊਚ, ਹਨੀ ਪਾਊਚ, ਜਿੱਦਾਂ ਸ਼ੈਂਪੂ ਪਾਊਚ ਦੀ ਤਰਜ਼ ਦੇ ਉੱਤੇ, ਤਰਜ਼ ਉਹੀ ਹੈ ਜੀ, ਸ਼ੈਂਪੂ ਪਾਊਚ ਵਾਲੀ ਤਰਜ਼ ਹੀ ਹਨੀ ਪਾਊਚ ਦੀ ਹੈ। ਉਹ ਅਸੀਂ ਉਹਨਾਂ ਨੂੰ ਮੁਹੱਈਆ ਕਰਾਏ ਉੱਥੇ ਉਸ ਖਿੱਤੇ ਦੇ ਵਿੱਚ, ਉਸ ਮੰਡੀ ਦੇ ਵਿੱਚ, ਤੇ ਉਹ ਸਾਡਾ ਪ੍ਰੋਜੈਕਟ ਜਿਹੜਾ ਉਹ ਠੀਕ ਚੱਲ ਰਿਹਾ। ਏਦਾਂ ਹੀ ਛੋਟੀ ਪੈਕਿੰਗ ਅਸੀਂ ਅਵੇਲੇਬਲ ਕਰਾਈ ਕਿ ਛੋਟੀ ਪੈਕਿੰਗ ਜਿਹੜੇ 50 ਗਜ ਵਾਲੇ ਘਰ ਹੈ, ਉਹਨਾਂ ਦੇ ਜਿਹੜੇ ਦੁਕਾਨਦਾਰ ਆ, ਜਿੱਥੇ 50 ਗਜ ਵਾਲੇ ਘਰ ਦੇ ਇਨਸਾਨ ਢੁਕਦੇ ਆ ਜਾ ਕੇ ਦੁਕਾਨ ਤੇ ਖਰੀਦਿਆ, ਉੱਥੇ ਛੋਟੀ ਪਾਊਚ ਦੀ ਔਰ ਛੋਟੀ ਜਿਹੜੀ ਸ਼ਹਿਦ ਦੀ ਪੈਕਿੰਗ 100 ml ਦੀ, 200 ml ਦੀ, ਉਹ ਮੁਹੱਈਆ ਕਰਾਈ ਪ੍ਰੋਗਰੈਸਿਵ ਬੀਕੀਪਰਸ ਐਸੋਸੀਏਸ਼ਨ ਤੋਂ। ਏਦਾਂ ਹੀ ਜਿੱਥੇ ਬੱਚੇ ਦੁਕਾਨਾਂ ਤੇ ਢੁਕਦੇ ਆ, ਜਿਹੜੇ ਦੁਕਾਨਾਂ ਤੇ ਬੱਚੇ ਜ਼ਿਆਦਾ ਚੜ੍ਹਦੇ ਆ, ਉਹ ਸੈਗਮੈਂਟ, ਛੋਟੀ ਉਮਰ ਵਾਲਾ ਸੈਗਮੈਂਟ ਚੜ੍ਹਦਾ, ਉੱਥੇ ਅਸੀਂ ਟੈਡੀ ਬੀਅਰ ਪੈਕ, ਜਿਹੜਾ ਤਾਂ ਜੋ ਭਾਲੂ ਨੂਮਾ ਇੱਕ ਹਨੀ ਦਾ ਪੈਕ ਬਣਾਇਆ, ਉਹ ਅਵੇਲੇਬਲ ਕਰਾਇਆ ਨਾਲ। ਉਹਦੇ ਨਾਲ ਬੱਚਿਆਂ ਦੀ ਖਾਣ ਦੀ ਆਦਤ ਵਧੀ, ਸ਼ਹਿਦ ਖਾਣ ਦੀ ਆਦਤ, ਸ਼ਹਿਦ ਦਾ ਸੇਵਨ ਕਰਨ ਦੀ ਆਦਤ ਵਧੀ। ਜਦੋਂ ਆਦਤ ਵਧੀ, ਜਦੋਂ ਅਸੀਂ ਇੱਕ ਬੱਚੇ ਨੂੰ ਆਪਣਾ ਖਪਤਕਾਰ ਬਣਾ ਲੈਂਦੇ ਆ, ਇਹਦਾ ਮਤਲਬ ਐਵਰੇਜ ਉਮਰ ਜੇ 70 ਸਾਲ 67 ਸਾਲ ਆ, ਤਾਂ 67 ਸਾਲ ਸਾਡੀ ਚੀਜ਼ ਦੀ ਖਪਤ ਕਰੂਗਾ। ਇਸ ਸੋਚ ਨਾਲ ਸਾਨੂੰ, ਇਸ ਵਿਚਾਰਾਂ ਨਾਲ ਸਾਨੂੰ ਅੱਗੇ ਮੰਡੀਕਰਨ ਦੇ ਵਿੱਚ ਤੁਰਨਾ ਪਊਗਾ। ਜੇ ਇਹੋ ਜਿਹੀਆਂ ਵਿਚਾਰਾਂ ਨੂੰ ਤੁਸੀਂ ਅਣਗੌਲੇ ਕਰੋਗੇ ਤਾਂ ਇਦਾਂ ਹੀ ਸਾਡੀ ਲੁੱਟ ਹੁੰਦੀ ਰਹੂਗੀ। ਇਦਾਂ ਹੀ ਜਿਹੜੇ ਸਾਡੇ ਵਿਚੋਲੀਏ, ਸਪੈਕੂਲੇਟਰ, ਪੈਸੇ ਵਾਲੇ ਵਿਚੋਲੀਏ ਜਾਂ ਦਿਮਾਗੀ ਵਿਚੋਲੀਏ, ਕਿਉਂਕਿ ਵਿਚੋਲੀਏ ਵੀ 2 ਤਰ੍ਹਾਂ ਦੇ ਹੁੰਦੇ ਆ ਜੀ, ਇੱਕ ਦਿਮਾਗੀ ਹੁੰਦੇ ਆ, ਇੱਕ ਸਪੈਕੂਲੇਟਰ ਹੁੰਦੇ ਆ ਜੀ। ਦਿਮਾਗ ਵੀ ਲਾਉਂਦੇ ਆ ਤੇ ਪੈਸਾ ਵੀ ਹੁੰਦਾ ਉਹਨਾਂ ਕੋਲੇ। ਜਦੋਂ ਚੀਜ਼ ਦਾ ਭਾਅ ਥੋੜਾ ਜਿਹਾ ਗਿਰਦਾ, ਉਹ ਖਰੀਦ ਕੇ ਇਕੱਠਾ ਕਰ ਲੈਂਦੇ ਆ, ਉਹ ਸਪੈਕੂਲੇਟ ਕਰ ਲੈਂਦੇ ਆ ਤੇ ਕੰਟਰੋਲ ਕਰਦੇ ਆ ਫਿਰ ਮਾਰਕੀਟ ਨੂੰ। ਸਾਨੂੰ ਵੀ ਸਿਆਣੇ ਬਣਨਾ ਪਊਗਾ, ਸਾਨੂੰ ਉਹ ਜਿਨਸਾਂ ਦੇ ਬਣੇ ਹੋਏ ਪਦਾਰਥ ਅਵੇਲੇਬਲ ਵੀ ਕਰਾਣੇ ਪੈਣਗੇ। ਤੀਜਾ ਸੁਨੇਹਾ ਜਿਹੜਾ ਮੇਰਾ ਬਹੁਤ ਇੰਪੋਰਟੈਂਟ 4A's ਦਾ ਸੁਨੇਹਾ, ਉਹਦੇ ਵਿੱਚ ਅਵੇਲੇਬਿਲਿਟੀ ਵੀ ਬਹੁਤ ਇੰਪੋਰਟੈਂਟ ਚੀਜ਼ ਆ। ਚੌਥੀ ਚੀਜ਼ ਆ ਅਸੈਪਟੇਬਿਲਿਟੀ। ਚੌਥਾ, ਅਸੈਪਟੇਬਿਲਿਟੀ ਮੀਨਸ ਕਿ ਜੋ ਤੁਹਾਨੂੰ ਮਿਲ ਰਿਹਾ, ਜੋ ਤੁਹਾਡੇ ਕੋਲੇ ਵਸਤੂ ਆ ਰਹੀ ਹੈ, ਉਹ ਤੁਸੀਂ ਅਸੈਪਟ ਕਰ ਰਹੇ ਹੋ ਕਿ ਨਹੀਂ ਕਰ ਰਹੇ। ਇਹ ਵੀ ਤੁਹਾਡਾ ਹੀ ਜ਼ਿੰਮੇਵਾਰੀ ਬਣਦੀ ਹੈ ਭੁੱਖਣ ਦੀ, ਕਿ ਜੋ ਮੈਂ ਤੁਹਾਨੂੰ ਦੱਸ ਰਿਹਾ, ਕੀ ਤੁਸੀਂ ਉਹ ਗ੍ਰਹਿਣ ਕਰ ਰਹੇ ਹੋ ਕਿ ਨਹੀਂ ਗ੍ਰਹਿਣ ਕਰ ਰਹੇ। ਮੈਂ ਬੋਲੀ ਜਾ ਰਿਹਾ, ਤੁਸੀਂ ਗ੍ਰਹਿਣ ਨਾ ਕਰੋ, ਉਹਦਾ ਵੀ ਕੋਈ ਫਾਇਦਾ ਨਹੀਂ। ਇਸ ਕਰਕੇ ਮੰਡੀਕਰਨ, ਰੂਰਲ ਮਾਰਕੀਟਿੰਗ ਸਾਨੂੰ ਇੱਕ ਤੀਜੇ ਸੁਨੇਹੇ ਦੇ ਵਿੱਚ 4A's ਦੇ ਵਿੱਚ, ਜਿਹੜਾ ਤੀਜਾ ਸੁਨੇਹਾ 4A's ਆ, ਉਹਦੇ ਵਿੱਚ ਜਿਹੜੀ ਅਸੈਪਟੇਬਿਲਿਟੀ ਆ, ਕਿ ਜੋ ਗੱਲਾਂ ਮੈਂ ਕਰ ਰਿਹਾ, ਕੀ ਤੁਸੀਂ ਉਹਨਾਂ ਨੂੰ ਸਿੱਖ ਰਹੇ ਹੋ, ਪਲੱਸ ਕੀ ਤੁਸੀਂ ਮੰਨ ਰਹੇ ਹੋ ਕਿ ਜੋ ਰਮਨਦੀਪ ਕਹਿ ਰਿਹਾ ਠੀਕ ਕਹਿ ਰਿਹਾ। ਏਦਾਂ ਹੀ ਸਾਨੂੰ ਮੰਡੀ ਦੇ ਵਿੱਚ ਵੀ ਘੋਖਣਾ ਪਊਗਾ ਕਿ ਜੋ ਅਸੀਂ ਪਦਾਰਥ ਦੇ ਰਹੇ ਹਾਂ, ਮੰਨ ਲਓ ਅਚਾਰ, ਮੁਰੱਬੇ, ਜੈਮ, ਜੈਲੀਆਂ, ਸਕੁਐਸ਼, ਰੈਡੀ ਟੂ ਕੁੱਕ, ਰੈਡੀ ਟੂ ਈਟ, ਜੋ ਵੀ ਪਦਾਰਥ ਜਾਂ ਦਾਲਾਂ ਜਾਂ ਸਬਜ਼ੀਆਂ ਜਾਂ ਫਲ, ਜੋ ਵੀ ਤੁਸੀਂ ਮੰਡੀ ਦੇ ਵਿੱਚ ਦੇ ਰਹੇ ਹੋ, ਕੀ ਲੋਕੀ ਉਹਨੂੰ ਰਿਸੀਵ ਕਰਦੇ ਆ। ਜਿੱਦਾਂ ਲੀਚੀ ਦੇ ਵਪਾਰੀ ਆ, ਉਹਨਾਂ ਨੂੰ ਘੋਖਣਾ ਪਊਗਾ ਕਿ ਲੀਚੀ ਲੋਕ ਕਿੱਦਾਂ ਗ੍ਰਹਿਣ ਕਰਦੇ ਆ। ਇੱਕ ਸੀਜ਼ਨ ਹੁੰਦਾ ਜੀ ਲੀਚੀ ਖਾਣ ਦਾ। ਮੈਂ ਕੱਲ ਲੀਚੀ ਖਾਧੀ, ਮੈਨੂੰ ਬਹੁਤ, ਇੱਕ ਤਾਂ ਉਹ ਸੀਜ਼ਨਲ ਫਰੂਟ ਆ, ਦੇਖੋ ਅੱਜ ਦੇ ਸੀਜ਼ਨ ਦਾ ਫਰੂਟ ਆ। ਇੱਕ ਉਹ ਮੈਨੂੰ ਮਿਲ ਗਿਆ ਗੁਰਦਾਸਪੁਰ ਦਾ, ਉਹ ਮੇਰੇ ਇਲਾਕੇ ਦਾ, ਮੇਰੇ ਖਿੱਤੇ ਦਾ ਮਿਲ ਗਿਆ ਮੈਨੂੰ, ਕਿਉਂਕਿ ਮੈਂ ਪੰਜਾਬ ਦਾ ਵਸਨੀਕ ਆ, ਮੈਨੂੰ ਪੰਜਾਬ ਦੀ ਲੀਚੀ ਮਿਲ ਗਈ। ਇਸ ਤੋਂ ਵਧੀਆ ਇੰਪੋਰਟੈਂਟ ਗੱਲ ਕੋਈ ਨਹੀਂ ਹੈ। ਜੇ ਮੈਂ ਇਹੀ ਲੀਚੀ ਕਿਸੇ ਹੋਰ ਸੂਬੇ ਦੀ ਖਾਊਂਗਾ, ਮੈਨੂੰ ਅਲਰਜੀ ਹੋਊਗੀ। ਮੇਰੇ ਵਿੱਚ ਜਦੋਂ ਅਲਰਜੀ ਹੋਊਗੀ ਤਾਂ ਮੇਰੀ ਸਰੀਰ ਜਿਹੜਾ ਉਹ ਖਰਾਬ ਹੋਊਗਾ, ਮੈਂ ਪਰਫਾਰਮ ਨਹੀਂ ਕਰ ਪਾਊਂਗਾ। ਇਸ ਲਈ ਭੋਜਨ ਵੀ ਲੋਕਲ ਖਾਣਾ, ਇਸ ਚੀਜ਼, ਇਹ ਅਸੈਪਟੇਬਿਲਿਟੀ ਵਾਲੇ ਪਾਸੇ ਤੋਰਦੀ ਹੈ ਸਾਨੂੰ। ਲੋਕੀ ਕਿੱਦਾਂ ਸਾਨੂੰ ਗ੍ਰਹਿਣ, ਸਾਡੀਆਂ ਵਸਤੂਆਂ ਨੂੰ ਗ੍ਰਹਿਣ ਕਰਦੇ ਆ, ਇਹ ਚੀਜ਼ ਇਸ ਗੱਲ ਨੂੰ ਪ੍ਰੂਵ ਕਰਦੀ ਹੈ ਕਿ ਜਿਹੜੇ ਪੜ੍ਹੇ ਲਿਖੇ ਲੋਕ ਆ, ਉਹ ਲੋਕਲ ਭੋਜਨ ਖਾਂਦੇ ਆ। ਅਸੀਂ ਕਦੇ ਵੀ ਆਸਟ੍ਰੇਲੀਆ ਦਾ ਸੇਬ ਨਹੀਂ ਖਰੀਦਦੇ। ਅਸੀਂ ਕੋਸ਼ਿਸ਼ ਕਰਾਂਗੇ, ਜਿੱਦਾਂ ਹੁਸ਼ਿਆਰਪੁਰ ਦੇ ਵਿੱਚ ਸੇਬ ਦੀ ਖੇਤੀ ਸ਼ੁਰੂ ਹੋ ਗਈ, ਜਾਂ ਆਪਣੇ ਪੰਜਾਬ ਦੇ ਕੇਲੇ ਵੀ ਪੈਦਾ ਹੋਣੇ ਸ਼ੁਰੂ ਹੋ ਗਏ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਸਾਨੂੰ ਪੰਜਾਬ ਦਾ ਫਲ ਮਿਲ ਜੇ, ਪੰਜਾਬ ਦੀ ਸਬਜ਼ੀ ਮਿਲ ਜੇ, ਪੰਜਾਬ ਦੀਆਂ ਦਾਲਾਂ ਮਿਲ ਜਾਣ। ਉਹਦਾ ਰੀਜ਼ਨ ਕੀ ਹੈ ਕਿ ਸਾਨੂੰ ਇਸ ਗੱਲ ਦਾ ਗਿਆਨ ਹੈ ਕਿ ਜੇ ਅਸੀਂ ਬਾਹਰਲੇ ਸੂਬਿਆਂ ਦਾ ਜਾਂ ਬਾਹਰਲੇ ਮੁਲਕਾਂ ਦਾ ਚੀਜ਼ ਖਾਵਾਂ, ਜਿਹੜੀ ਚੀਜ਼ ਨਹੀਂ ਮਿਲਦੀ ਉਹ ਤਾਂ ਖਾਣੀ ਹੈ ਜੀ।
ਜਿਹੜੀ ਮਿਲਦੀ ਆ ਕੋਸ਼ਿਸ਼ ਕਰਦੇ ਆ ਕਿ ਅਸੀਂ ਪੰਜਾਬ ਦੀ ਲਈਏ, ਕਿਉਂਕਿ ਜਦੋਂ ਅਸੀਂ ਆਪ ਦਾ ਭੋਜਨ ਖਾਂਦੇ ਆ, ਆਪ ਦੇ ਖਿੱਤੇ ਦਾ ਭੋਜਨ ਖਾਂਦੇ ਆ, ਆਪ ਦੇ ਇਲਾਕੇ ਦਾ ਭੋਜਨ ਖਾਂਦੇ ਆ, ਤਾਂ ਸਾਨੂੰ ਸਾਡੇ ਵਿੱਚ ਜਿਹੜੀ ਐਲਰਜੀ ਨਹੀਂ ਹੁੰਦੀ। ਦੂਜੀ ਗੱਲ ਆ, ਸਾਡੀ ਸਰੀਰ ਨੂੰ ਉਹ ਜ਼ਿਆਦਾ ਲੱਗਦਾ, ਪ੍ਰਫੁੱਲਤ ਕਰਦਾ, ਜ਼ਿਆਦਾ ਪ੍ਰਫੁੱਲਤ ਕਰਦਾ। ਸੋ ਅਸੈਪਟੇਬਿਲਿਟੀ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੋ। 4A ਮੇਰੇ ਕੰਪਲੀਟ ਹੋ ਗਏ। ਤੀਜੇ ਸੁਨੇਹੇ ਦੇ ਵਿੱਚ ਮੈਂ ਤੁਹਾਨੂੰ ਸੌਖੇ ਲਫ਼ਜ਼ਾਂ ਦੇ ਵਿੱਚ ਉਦਾਹਰਨ ਦੇ ਕੇ ਸਮਝਾਈ ਹੈ ਗੱਲ, ਇਸ ਲਈ ਇਸ ਗੱਲ ਨੂੰ ਪਕੜ ਕਰਨ ਦੀ ਕੋਸ਼ਿਸ਼ ਕਰਿਓ। ਜਿਹੜਾ ਇਨਸਾਨ, ਜਿਹੜਾ ਖੇਤੀਬਾੜੀ ਵਾਲਾ ਬੰਦਾ ਇਨਸਾਨ ਜਾਂ ਪਰਿਵਾਰ ਜਾਂ ਕੋੜਮਾ ਉਹ ਵਪਾਰੀ ਬਣਨਾ ਚਾਹੁੰਦਾ, ਤਾਂ ਉਹ 4A ਤੇ ਪਹਿਰਾ ਦੇ ਲਵੇ। 100% ਤੁਸੀਂ ਵਪਾਰੀ ਬਣੋਗੇ। ਇਹਨੂੰ ਭੋਖਣ ਦੀ ਲੋੜ ਆ। ਇਹ ਪੜ੍ਹਾਈ ਕੋਈ ਬਹੁਤ ਔਖੀ ਪੜ੍ਹਾਈ ਨਹੀਂ ਹੈ, ਪਰ ਜਦੋਂ ਤੁਸੀਂ ਇਹਦੇ ਵਿੱਚ ਲੜੀਵਾਰਤਾ ਦੇ ਵਿੱਚ ਪਰੋਲੋਗੇ ਆਪਣੇ ਆਪ ਨੂੰ, ਜਦੋਂ ਤੁਸੀਂ ਲੜੀਵਾਰਤਾ ਦੇ ਵਿੱਚ ਇਹ ਚੀਜ਼ ਗ੍ਰਹਿਣ ਕਰ ਲਓਗੇ, ਜਿੱਦਾਂ ਆਪਾਂ ਕੋਈ ਵੀ ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਤਾਂ ਜਦੋਂ ਤੁਸੀਂ ਲੜੀਵਾਰਤਾ 'ਚ ਗ੍ਰਹਿਣ ਕਰਦੇ ਹੋ ਤਾਂ ਉਹਦੇ ਮਤਲਬ ਜਿਹੜੇ ਆ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗਦੇ ਆ। ਜਦੋਂ ਤੁਸੀਂ ਟੁੱਟਵੀਂ ਚੀਜ਼ ਨੂੰ ਪੜ੍ਹਦੇ ਹੋ ਤਾਂ ਉਹ ਤੁਹਾਨੂੰ ਸਮਝ ਨਹੀਂ ਲੱਗਦੀ। ਇਸ ਲਈ ਬਹੁਤ ਵਧੀਆ ਗੱਲ ਆ, ਬਹੁਤ ਵਧੀਆ ਉਪਰਾਲਾ ਇਸ ਪਲੇਟਫਾਰਮ ਦਾ ਕਿ ਅਸੀਂ ਲੜੀਵਾਰਤਾ ਦੇ ਵਿੱਚ ਮੰਡੀਕਰਨ ਤੇ ਗੱਲ ਕਰ ਰਹੇ ਹਾਂ। ਪਹਿਲਾਂ ਅਸੀਂ ਜਿਹੜੀ ਗੱਲ ਕੀਤੀ ਸੀ ਉਹ ਚੈਲੰਜਸ ਦੀ ਗੱਲ ਕੀਤੀ ਸੀ, ਅੱਜ ਅਸੀਂ ਰੂਰਲ ਮਾਰਕੀਟਿੰਗ ਦੀ ਗੱਲ ਕਰ ਰਹੇ ਹਾਂ। ਬਹੁਤ ਇੰਪੋਰਟੈਂਟ ਚੀਜ਼ ਹੈ ਇਹ। ਲੜੀਵਾਰਤਾ ਬਣਾ ਕੇ ਰੱਖਣੀ ਪੜ੍ਹਾਈ ਦੇ ਵਿੱਚ ਬਹੁਤ ਇੰਪੋਰਟੈਂਟ ਹੈ, ਤਾਂ ਜੋ ਜੇ ਲੜੀਵਾਰਤਾ ਟੁੱਟਦੀ ਹੈ ਤਾਂ ਪੜ੍ਹਾਈ ਜਿਹੜੀ ਆ ਉਹ ਵੀਕ ਹੁੰਦੀ ਆ। ਸੋ ਤੀਜੇ ਸੁਨੇਹੇ ਦੇ ਵਿੱਚ 4A ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਅਫੋਰਡੇਬਿਲਿਟੀ, ਅਵੇਅਰਨੈਸ, ਅਵੇਲੇਬਿਲਿਟੀ ਤੇ ਅਸੈਪਟੇਬਿਲਿਟੀ। ਪੰਜਾਬੀ ਦੇ ਵਿੱਚ ਅਫੋਰਡੇਬਿਲਿਟੀ ਨੂੰ ਆਪਾਂ ਬੜੇ ਆਰਾਮ ਨਾਲ ਸਮਝਦੇ ਹਾਂ ਕਿ ਕੀ ਅਸੀਂ ਅਫੋਰਡ ਕਰਦੇ ਹਾਂ, ਸਾਡੇ ਕੋਲੇ ਕੀ ਇੰਨਾ ਪੈਸਾ ਹੈਗਾ ਕਿ ਅਸੀਂ ਚੀਜ਼ ਖਰੀਦ ਸਕੀਏ। ਅਸੈਪਟੇਬਿਲਿਟੀ, ਕੀ ਅਸੀਂ ਅਸੈਪਟ ਕਰਦੇ ਹਾਂ ਕਿ ਆਹ ਵਸਤੂ ਜਿਹੜੀ ਅਸੀਂ ਖਰੀਦੀ ਹੈ ਇਹਦਾ ਸਾਨੂੰ ਫਾਇਦਾ ਹੋਇਆ, ਜਾਂ ਅਸੀਂ ਇਹ ਅਸੈਪਟ ਕਰਦੇ ਹਾਂ ਕਿ ਜਿੰਨੀ ਕੀਮਤ 'ਚ ਖਰੀਦੀ ਮੰਨਦੇ ਹਾਂ ਕਿ ਇੰਨੀ ਕੀਮਤ 'ਚ ਖਰੀਦੀ ਤਾਂ ਇਹ ਕੀਮਤ ਠੀਕ ਕੀਮਤ ਸੀ। ਸੋ ਸਾਰੀਆਂ ਗੱਲਾਂ, ਇਹ ਗੱਲਾਂ ਜਿਹੜੀਆਂ 4 ਮੈਂ ਇਹ ਦੱਸਿਆ ਬਹੁਤ ਇੰਪੋਰਟੈਂਟ 4A ਆ। ਇਹਨਾਂ ਨੂੰ ਕੋਸ਼ਿਸ਼ ਕਰਿਓ ਘੁੱਖਣ ਦੀ, ਆਪਣੇ ਆਪਣੇ ਲੈਵਲ ਤੇ ਆਪਣੇ ਆਪਣੇ ਖਿੱਤੇ ਦੇ ਵਿੱਚ ਤੁਸੀਂ ਕੁਛ ਨਾ ਕੁਛ ਗ੍ਰਹਿਣ ਕਰੋਗੇ ਪੋਜ਼ਿਟਿਵ, ਤੁਸੀਂ ਗਰੋਥ ਵਾਲੇ ਪਾਸੇ ਜਾਓਗੇ। ਉਸ ਤੋਂ ਬਾਅਦ ਜੇ ਚੌਥੇ ਸੁਨੇਹੇ ਦੀ ਅੱਜ ਗੱਲ ਕਰੀਏ, ਜਿਹੜਾ ਕਿ ਲਾਸਟ ਸੁਨੇਹਾ ਹੋਊਗਾ ਮੇਰਾ, ਕਿ ਚੌਥਾ ਸੁਨੇਹਾ ਜਿਹੜਾ ਬਹੁਤ ਇੰਪੋਰਟੈਂਟ ਸੁਨੇਹਾ, ਕਿ ਜਿੱਦਾਂ ਮੈਂ 4A ਸਿਖਾਇਆ ਉਦਾਂ ਹੀ ਮੈਂ ਤੁਹਾਨੂੰ 4C ਸਿਖਾਊਂਗਾ, CABC। ਪਹਿਲਾਂ ਮੈਂ A ਸਿਖਾਇਆ ਜੀ, B ਛੱਡਤਾ ਕਿਉਂਕਿ B ਤਾਂ ਆਪਣਾ ਬਿਜ਼ਨਸ ਆ, ਤੁਹਾਨੂੰ ਸਮਝ ਲੱਗ ਜੂਗੀ ਚੰਗੀ ਤਰ੍ਹਾਂ। C ਜਿਹੜਾ ਉਹ ਕੀ ਹੈ ਜੀ, ਕਿ ਸਾਨੂੰ ਸਮਝਣਾ ਪਊਗਾ ਕਿ ਸ਼ਹਿਰ ਵਾਲੇ ਲੋਕ ਦੀ, ਖਪਤਕਾਰਾਂ ਦੀ, ਸ਼ਹਿਰ ਵਾਲੇ ਲੋਕਾਂ ਦੀ, ਸ਼ਹਿਰ ਵਾਲੇ ਖਪਤਕਾਰਾਂ ਦੀ ਜਿਹੜੀ ਜ਼ਰੂਰਤ ਕੀ ਆ, ਜ਼ਰੂਰਤ ਦੇ ਅਨੁਸਾਰ ਉਹਨਾਂ ਨੂੰ ਚੀਜ਼ ਦਿਖਾਉਣੀ ਪਊਗੀ। ਕਿਹੜੇ ਸਮੇਂ ਤੇ ਕਿਸ ਚੀਜ਼ ਦੀ ਜ਼ਰੂਰਤ ਆ, ਕਿਹੜਾ ਅਚਾਰ ਕਿਸ ਸਮੇਂ ਤੇ ਮੁਹੱਈਆ ਕਰਾਇਆ ਜਾਵੇ। ਜਿੱਦਾਂ ਸਰਦੀਆਂ ਦੇ ਵਿੱਚ ਨੌਨ ਵੈਜ ਅਚਾਰ, ਜਿੱਦਾਂ ਸਰਦੀਆਂ ਦੇ ਵਿੱਚ ਗਰਮ ਅਚਾਰ, ਜਿਹੜਾ ਤੁਹਾਨੂੰ ਲੱਗਦਾ ਕਿ ਆਹ ਚੀਜ਼ ਹੋ ਸਕਦੀ ਆ। ਜਿਹੜਾ ਮੌਸਮ ਆਵੇ ਉਸ ਮੌਸਮ ਦੇ ਵਿੱਚ ਉਸ ਹਿਸਾਬ ਨਾਲ ਉਹਦੀ ਖਪਤਕਾਰ ਦੀ ਜ਼ਰੂਰਤ ਨੂੰ ਸਮਝ ਕੇ ਤੁਹਾਨੂੰ ਚੀਜ਼ ਮੁਹੱਈਆ ਕਰਾਉਣੀ ਪਊਗੀ। ਸੀਜ਼ਨਲ ਤਾਂ ਹੈਗਾ ਹੀ ਹੈਗਾ ਜੀ, ਜੋ ਸੀਜ਼ਨ ਆ ਉਹਦੇ ਵਿੱਚ ਜੋ ਪੈਦਾ ਹੁੰਦਾ, ਪਰ ਸੀਜ਼ਨ ਤੋਂ ਇਲਾਵਾ ਵੀ, ਜਿੱਦਾਂ ਮੈਂ ਤੁਹਾਨੂੰ ਉਦਾਹਰਨ ਦੇ ਰੂਪ ਦੇ ਵਿੱਚ ਦਿੰਦਾ ਕਿ ਟਮਾਟਰ ਸਾਡੇ ਜਲੰਧਰ ਤੇ ਅੰਮ੍ਰਿਤਸਰ ਖਿੱਤੇ ਦੇ ਵਿੱਚ ਬਹੁਤ ਹੁੰਦੇ ਆ। ਸੋ ਉਸ ਟਮਾਟਰ ਤੋਂ ਪਿਊਰੀ ਬਣਾ ਕੇ, ਉਸ ਪਿਊਰੀ ਤੋਂ ਗਾਂ ਸੌਸ ਬਣਾ ਕੇ, ਜਾਂ ਹੋਰ ਛੋਟੀਆਂ ਵਸਤੂਆਂ ਬਣਾ ਕੇ, ਜਾਂ ਛੋਟੀ ਪੈਕਿੰਗ ਸੌਸ ਦੀ ਬਣਾ ਕੇ ਅਸੀਂ ਜਿਹੜੀ ਆ ਉਹ ਸ਼ਹਿਰਾਂ ਦੇ ਵਿੱਚ ਮੁਹੱਈਆ ਕਰਾਈਏ। ਕਿਉਂਕਿ ਤਰ੍ਹਾਂ ਤਰ੍ਹਾਂ ਦੇ ਸੈਗਮੈਂਟ ਹੈ ਜੀ, ਤਰ੍ਹਾਂ ਤਰ੍ਹਾਂ ਦੇ ਝੁੰਡ ਹੈ ਖਪਤਕਾਰਾਂ ਦੇ। ਸੋ ਖਪਤਕਾਰਾਂ ਦੇ ਝੁੰਡਾਂ ਦੀ ਜ਼ਰੂਰਤ ਨੂੰ ਸਮਝ ਕੇ, ਉਹਨਾਂ ਦੀ ਵਾਂਟ ਨੂੰ ਸਮਝ ਕੇ, ਇੱਕ ਜ਼ਰੂਰਤ ਹੁੰਦੀ ਹੈ ਜੀ, ਇੱਕ ਹੁੰਦੀ ਹੈ ਖੁਆਇਸ਼। ਖੁਆਇਸ਼ ਨੂੰ ਵੀ ਸਮਝਣਾ, ਜ਼ਰੂਰਤ ਨੂੰ ਵੀ ਸਮਝਣਾ। ਖੁਆਇਸ਼ ਨੂੰ ਸਮਝ ਕੇ ਨਵੀਆਂ ਨਵੀਆਂ ਵਸਤੂਆਂ ਘੜਨੀਆਂ ਚਾਹੀਦੀਆਂ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਕਿਉਂਕਿ ਅੱਜ ਤੱਕ ਕਿਸੇ ਨੇ ਸੋਚਿਆ ਸੀ, ਪੁਰਾਣੇ ਜ਼ਮਾਨੇ 'ਚ ਜੇ ਅਸੀਂ ਦੇਖੀਏ ਤਾਂ ਕਿਸੇ ਨੇ ਸੋਚਿਆ ਸੀ ਦੁੱਧ ਵੀ ਜਿਹੜਾ ਉਹ ਪਲਾਸਟਿਕ ਦੇ ਲਿਫਾਫੇ 'ਚ ਮਿਲੂਗਾ। ਅੱਜ ਸਾਡੇ ਕੋਲ ਵੇਰਕਾ ਦਾ ਦੁੱਧ ਲਿਫਾਫਿਆਂ 'ਚ ਆ ਰਿਹਾ। ਕਦੇ ਕਿਸੇ ਨੇ ਸੋਚਿਆ ਸੀ ਕਿ ਵੇਰਕਾ ਜਿਹੜੇ ਆ ਉਹ ਹੋਮ ਡਿਲੀਵਰੀ ਕਰਨਗੇ। ਅੱਜ ਸਾਡੇ ਕੋਲੇ COVID-19 ਦੇ ਵਿੱਚ ਵੇਰਕਾ ਹੋਮ ਡਿਲੀਵਰੀ ਕਰਨਾ ਵੀ ਸ਼ੁਰੂ ਕਰ ਗਿਆ। ਦੇਖੋ ਇਹ ਸੋਚ ਆ ਉੱਥੋਂ ਦੇ ਅਫਸਰਾਂ ਦੀ, ਉੱਥੋਂ ਦੇ ਐਡਮਿਨਿਸਟ੍ਰੇਟਰਸ ਦੀ। ਇਹ ਸੋਚ ਹੈ ਕਿ ਉਹਨਾਂ ਨੇ ਸੋਚਿਆ ਕਿ ਹੁਣ ਦੁੱਧ ਜਿਹੜਾ ਗ੍ਰਾਹਕ ਔਖਾ ਸਮਝ ਰਿਹਾ, ਦੁਕਾਨ ਤੇ ਜਾਣਾ ਉਹਦੇ ਲਈ ਔਖਾ ਹੋ ਗਿਆ, ਕਿਉਂਕਿ ਇਹ ਸਮਾਂ ਯੋਗੀ ਇਹ ਜਿਹਾ ਵਾਇਰਸ ਦਾ ਸਮਾਂ ਹੈ। ਵਾਇਰਸ ਦੇ ਸਮੇਂ ਦੇ ਵਿੱਚ ਹਰੇਕ ਕੋਈ ਡਰਦਾ, ਤਾਂ ਉਹਨਾਂ ਨੇ ਈ-ਰਿਕਸ਼ਾ ਪਾ ਦੇ। ਦੇਖੋ ਇਹ ਉਹਨਾਂ ਨੇ ਜ਼ਰੂਰਤ ਸਮਝ ਲਈ ਖਪਤਕਾਰ ਦੀ। ਮੈਂ ਤੁਹਾਨੂੰ ਉਦਾਹਰਨ ਤਾਂ ਦਿੱਤੀ ਹੈ, ਤੁਹਾਨੂੰ ਗੱਲ ਸਮਝ ਲੱਗ ਜੂਗੀ। ਅਸੀਂ ਵੈਬੀਨਾਰ ਲਾ ਲਿਆ ਜੀ, ਅਸੀਂ ਵੈਬੀਨਾਰ ਸ਼ੁਰੂ ਕਰਤੇ। ਪਹਿਲੇ ਹਫਤੇ 'ਚ ਹੀ ਮੈਂ ਵੈਬੀਨਾਰ ਜ਼ੂਮ ਲੋਡ ਕਰ ਲਿਆ, ਤੇ ਮੈਂ ਆਪਣੀ ਉਦਾਹਰਨ ਦੇ ਰੂਪ 'ਚ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਆਪਣੀ MBA ਕਲਾਸ ਨੂੰ, ਆਪਣੇ ਵਿਦਿਆਰਥੀਆਂ ਨੂੰ ਵੈਬੀਨਾਰ ਆਰਗੇਨਾਈਜ਼ ਕਰਕੇ ਬੁਲਾ ਲਿਆ ਤੇ ਰਿਹਰਸਲ ਕਰ ਲਈ ਕਿ ਵੈਬੀਨਾਰ ਚੀਜ਼ ਕੀ ਹੈ, ਕਿੱਦਾਂ ਲੱਗਦਾ। ਪਹਿਲੇ ਹਫਤੇ ਦੇ ਵਿੱਚ ਦੇਖੋ ਅਸੀਂ ਤਬਦੀਲੀ ਵਾਲੇ ਪਾਸੇ ਸਾਨੂੰ ਮੁੜਨਾ ਪਊਗਾ ਤੇਜ਼ੀ ਨਾਲ। ਜੇ ਅਸੀਂ ਇਹ ਸੋਚ ਕੇ ਘਰੇ ਬਹਿ ਜਾਂਦੇ ਕਿ ਯਾਰ ਹੁਣ ਤਾਂ ਸਮਾਂ ਬਹੁਤ ਖਰਾਬ ਆ, ਸਮਾਂ ਤਾਂ ਜੀ ਖਰਾਬ ਚੰਗਾ ਮਾੜਾ ਆਉਂਦਾ ਰਹਿਣਾ। ਸੋ ਇਨਸਾਨ ਦਾ ਫਰਜ਼ ਇਹ ਹੈ ਕਿ ਉਹ ਆਪਣੇ ਦਿਮਾਗ ਨੂੰ ਕੰਟਰੋਲ ਕਰਕੇ ਜਿਹੜਾ ਸਮਾਂ ਬਦਲ ਰਿਹਾ ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਤੇਜ਼ੀ ਨਾਲ ਬਦਲੇ। ਜਿਹੜੇ ਇਨਸਾਨ ਤੇਜ਼ੀ ਨਾਲ ਨਹੀਂ ਬਦਲਦੇ ਉਹ
ਉਹ ਸਮਾਜ ਨੂੰ ਵੀ ਘਾਟਾ ਦਿੰਦੇ ਆ, ਉਹ ਆਪਣੀ ਜਿਹੜੀ ਵਿਦਿਅਕ ਯੋਗਤਾ ਦੇ ਅਨੁਸਾਰ ਅਨੁਕੂਲ ਸਮਾਜ ਨੂੰ ਬਹੁਤ ਜ਼ਿਆਦਾ ਘਾਟਾ ਦੇ ਜਾਂਦੇ ਆ। ਸੋ ਮੈਂ ਇਹ ਗੱਲ ਆਪਣੀ ਉਦਾਹਰਨ ਤੇ ਆਪਣੇ ਖਿੱਤੇ ਦੀ ਉਦਾਹਰਨ ਦੀ ਕੀਤੀ ਆ, ਤੁਹਾਡੇ ਖਿੱਤੇ ਦੀ ਉਦਾਹਰਨ ਵੀ ਇਹੀ ਬਣਦੀ ਆ ਕਿ ਤੁਸੀਂ ਲੋਕਾਂ ਦੀ ਖਪਤਕਾਰਾਂ ਦੇ ਝੁੰਡਾਂ ਦੀ ਜ਼ਰੂਰਤ ਬਦਲਦੀ ਹੈ ਤੇਜ਼, ਉਹ ਬਦਲਦੀ ਹੋਈ ਤੇਜ਼ ਜ਼ਰੂਰਤ ਦੇ ਅਨੁਸਾਰ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਪੜ੍ਹਾਈ ਦੇ ਜ਼ਰੀਏ ਖੇਤੀਬਾੜੀ ਯੂਨੀਵਰਸਿਟੀ ਜੁੜੋ, ਟ੍ਰੇਨਿੰਗਾਂ ਲਓ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲਾਈਟ ਮਹਿਕਮੇ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ, ਹੋਰ ਬੜੀਆਂ ਸਾਡੇ ਕੋਲ ਅਦਾਰੇ ਆ, ਮੈਂ ਲਿਸਟ ਨਹੀਂ ਬਣਾ ਸਕਦਾ ਤੁਹਾਨੂੰ। ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਪੜ੍ਹਾਈ ਗ੍ਰਹਿਣ ਕਰਕੇ ਲੋਕਾਂ ਦੀ ਜ਼ਰੂਰਤ ਸਮਝ ਕੇ ਉਹਨਾਂ ਨੂੰ ਵਸਤੂਆਂ ਢਕਾਓ, ਜਿਹੜਾ ਕਿ ਰੂਰਲ ਮਾਰਕੀਟਿੰਗ ਦੇ ਵਿੱਚ ਤੁਹਾਡੀ ਬਹੁਤ ਸਿੱਧ ਸਹਾਈ ਹੋਊਗਾ। ਦੂਜਾ ਸੀ ਜਿਹੜਾ ਵਾ ਉਹ ਬਹੁਤ ਇੰਪੋਰਟੈਂਟ ਆ, ਕਾਸਟ। ਆਪਾਂ ਪਹਿਲਾਂ ਵੀ ਇਸ ਵਿਸ਼ੇ ਤੇ ਗੱਲ ਕੀਤੀ ਆ ਕਿ ਵਸਤੂ ਜਿਹੜੀ ਵੀ ਤੁਸੀਂ ਤਿਆਰ ਕਰ ਰਹੇ ਹੋ ਉਹਦੀ ਕੀਮਤ ਕੀ ਪੈ ਰਹੀ ਆ, ਤੁਹਾਨੂੰ ਲਾਗਤਾਂ ਕੀ ਪੈ ਰਹੀਆਂ, ਕਾਸਟ ਕਿੰਨੀ ਪੈ ਰਹੀ ਹੈ, ਕੀ ਲਾਗਤ ਨਾਲ ਤੁਸੀਂ ਵਸਤੂ ਤਿਆਰ ਕਰਦੇ ਹੋ। ਕਿਉਂਕਿ ਤੁਸੀਂ ਮੁਕਾਬਲੇ ਚੋਂ, ਮਤ ਭੁੱਲੋ ਤੁਸੀਂ ਮੁਕਾਬਲੇ ਚੋਂ, ਵਸਤੂ ਜਿਹੜੀ ਹੈ ਉਹ ਡਿਮਾਂਡ ਡਰਿਵਨ ਹੈ, ਡਿਮਾਂਡ ਦੇ ਹਿਸਾਬ ਨਾਲ ਕੀਮਤ ਜਿਹੜੀ ਆ ਉਹ ਵੱਧਦੀ ਘਟਦੀ ਹੈ। ਸੋ ਤੁਸੀਂ ਆਪਣੀ ਕਾਸਟ ਦੇਖਣੀ, ਆਪਣੀ ਪਾਕਟ ਦੇਖਣੀ ਹੈ ਕਿ ਮੈਨੂੰ ਕਿੰਨਾ ਖਰਚਾ ਕਰਕੇ ਇਹ ਵਸਤੂ ਮੈਂ ਘੜ ਰਿਹਾ, ਅਚਾਰ, ਮੁਰੱਬੇ, ਜੈਮ, ਜੈਲੀਆਂ, ਸਕੁਐਸ਼, ਜੋ ਵੀ ਤੁਸੀਂ ਬਣਾ ਰਹੇ ਹੋ, ਕਿ ਮੇਰੀ ਕੀਮਤ ਕੀ ਲੱਗ ਰਹੀ ਹੈ, ਤਾਂ ਜੋ ਜਿਹੜੇ ਖਪਤਕਾਰ ਨੂੰ ਮੈਂ ਵੇਚਣੀ ਹੈ ਉਹਨਾਂ ਦੀ ਜ਼ਰੂਰਤ ਦੇ ਅਨੁਸਾਰ ਕੀ ਉਹ ਇਸ ਕੀਮਤ ਤੇ ਇਹਨੂੰ ਗ੍ਰਹਿਣ ਕਰ ਲੈਣਗੇ, ਕਿ ਉਹ ਮੈਨੂੰ ਇੰਨਾ ਕੁ ਮੁਨਾਫਾ ਛੱਡ ਦੇਣਗੇ। ਕਿਉਂਕਿ ਸਾਰੀ ਗੱਲ ਮੁਨਾਫੇ ਤੇ ਨਹੀਂ ਜਾ ਕੇ ਜੀ ਅੜਦੀ, ਸਾਰੀ ਗੱਲ ਮੁਨਾਫੇ ਤੇ ਜਾ ਕੇ ਨਹੀਂ ਖਤਮ ਹੁੰਦੀ। ਗੱਲ ਮੁਨਾਫਾ ਇੱਕ ਚੀਜ਼ ਹੈ, ਪਰ ਸਮਾਜ ਨੂੰ ਕੁਝ ਦੇਣਾ ਦੂਜੀ ਚੀਜ਼ ਹੈ। ਖਾਣ ਪੀਣ ਵਾਲੀਆਂ ਵਸਤੂਆਂ ਤੁਸੀਂ ਪ੍ਰਦਾਨ ਕਰਦੇ ਹੋ, ਅਸੀਂ ਤੁਹਾਡੇ ਧੰਨਵਾਦੀ ਹਾਂ ਪਿੰਡਾਂ ਵਾਲਿਆਂ ਦੇ ਸਾਰਿਆਂ ਦੇ, ਕਿ ਤੁਸੀਂ ਸਾਨੂੰ ਭੋਜਨ ਦਿੰਦੇ ਹੋ, ਤਾਂ ਹੀ ਅਸੀਂ ਆਪਣਾ ਕੰਮ ਸੁਚੱਜੇ ਢੰਗ ਨਾਲ ਕਰਦੇ ਹਾਂ, ਤਾਂ ਹੀ ਇਹ ਦੁਨੀਆ ਚੱਲ ਰਹੀ ਹੈ। ਉਸ ਤੋਂ ਬਾਅਦ ਤੀਜੀ ਚੀਜ਼ ਆ ਗਈ ਕਨਵੀਨੀਅੰਸ। ਤੀਜਾ ਸੀ ਕਨਵੀਨੀਅੰਸ। ਕਨਵੀਨੀਅੰਸ ਦਾ ਮਤਲਬ ਆ ਕਿ ਬਹੁਤ ਅਸੀਂ ਵਸਤੂਆਂ ਘੜਦੇ ਹਾਂ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ। ਅਸੀਂ ਵਸਤੂ ਘੜਦੇ ਹਾਂ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ। ਜਿੱਦਾਂ ਸ਼ਹਿਦ ਦੀ ਮੈਂ ਉਦਾਹਰਨ ਦਿੰਦਾ, ਫਿਰ ਇੱਥੇ ਸ਼ਹਿਦ ਦੀ ਦੁਬਾਰਾ ਉਦਾਹਰਨ ਆ ਗਈ, ਚਲੋ ਮੈਂ ਉਦਾਹਰਨ ਬਦਲ ਲੈਂਦਾ, ਤੁਸੀਂ ਕਹੋਗੇ ਸ਼ਹਿਦ ਦੀ ਉਦਾਹਰਨ ਜ਼ਿਆਦਾ ਦਿੰਦੇ ਆ, ਉਦਾਹਰਨ ਬਦਲ ਲੈਂਦੇ ਆ ਆਪਾਂ ਕਿ ਜੈਮ ਦੀ ਜਿਹੜੀ ਸ਼ੀਸ਼ੀ ਹੈ ਉਹ ਹਮੇਸ਼ਾ ਉੱਪਰੋਂ ਮੂੰਹ ਖੁੱਲਾ ਹੋਊਗਾ ਉਹਦਾ, ਕਿਉਂਕਿ ਕਨਵੀਨੀਅੰਸ ਆ, ਉੱਤੇ ਚਮਚਾ ਪੈ ਜਾਣਾ। ਤੇ ਜੇ ਤੁਸੀਂ ਜੈਮ ਦੀ ਸ਼ੀਸ਼ੀ ਦੀ ਮੂੰਹ ਸੌੜਾ ਕਰਤਾ, ਫਿਰ ਉਹ ਚਮਚਾ ਵਿੱਚ ਪੈਣਾ ਨਹੀਂ, ਖਾਣ ਦੇ ਵਿੱਚ ਕਨਵੀਨੀਅੰਟ ਨਹੀਂ ਰਹਿਣਾ, ਉਹਨੂੰ ਵਰਤਣ ਦੇ ਵਿੱਚ ਕਨਵੀਨੀਅੰਟ ਨਹੀਂ ਰਹਿਣਾ। ਏਦਾਂ ਹੀ ਸ਼ਹਿਦ ਜਿਹੜਾ ਉਹ ਤਾਰਦਾਰ ਹੁੰਦਾ, ਉਹ ਜਦੋਂ ਤੁਸੀਂ ਬੋਤਲ ਦੇ ਵਿੱਚੋਂ ਚਮਚੇ ਨਾਲ ਕੱਢਦੇ ਹੋ ਤਾਂ ਉਹ ਤਾਰਾਂ ਗਿਰਦੀਆਂ ਉਹਦੀਆਂ, ਜਾਂ ਉਹਦਾ ਲੈਫਟ ਓਵਰ ਵਿੱਚੋਂ ਜਿਹੜਾ ਚੋ ਜਾਂਦਾ ਚਮਚੇ ਦੇ ਵਿੱਚੋਂ। ਤੁਸੀਂ ਦਫ਼ਤਰ ਜਾਣਾ ਹੁੰਦਾ, ਜਾਂ ਤੁਸੀਂ ਕੰਮ ਤੇ ਜਾਣਾ ਹੁੰਦਾ, ਜਾਂ ਤੁਸੀਂ ਕਿਸੇ ਵਿਆਹ ਸ਼ਾਦੀ ਤੇ ਜਾਣਾ ਹੁੰਦਾ ਖਾਣ ਤੋਂ ਬਾਅਦ, ਤੇ ਉਹ ਤੁਹਾਡੇ ਕੱਪੜੇ ਖਰਾਬ ਕਰਦਾ, ਤਾਂ ਬੰਦਾ ਅਵੋਇਡ ਕਰਦਾ ਸ਼ਹਿਦ ਖਾਣ ਨੂੰ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੀ ਕੀਤਾ, ਸਕੁਈਜ਼ ਪੈਕ ਰੱਖਤਾ ਕਿ ਵੀ ਉਹ ਉੱਤੋਂ ਖੋਲੋ ਥੋੜਾ ਜਿਹਾ ਤੇ ਚਮਚੇ ਉਹਨੂੰ ਐ ਕਰਕੇ ਉੱਤੋਂ ਜਦੋਂ ਤੁਸੀਂ ਸਕੁਈਜ਼ ਕਰੋਗੇ, ਦਬਾਓਗੇ, ਤਾਂ ਚਮਚੇ ਦੇ ਵਿੱਚ ਪੂਰਾ ਜਿੰਨਾ ਹੈਗਾ ਪਾ ਕੇ ਉਹਨੂੰ ਤੁਸੀਂ ਥੱਲੇ ਕਰੋਗੇ ਤਾਂ ਬੋਤਲ ਦੇ ਨਾਲ ਵੀ ਨਹੀਂ ਲੱਗਦਾ। ਸੋਚ ਬਦਲਣੀ ਪੈਣੀ ਹੈ। ਕਨਵੀਨੀਅੰਸ ਨੂੰ ਸੀ ਤੇ ਪਹਿਰਾ ਦੇਣਾ ਪੈਣਾ। ਕਨਵੀਨੀਅੰਸ ਹਰੇਕ ਵਸਤੂ ਦੇ ਅੱਡ ਹਿਸਾਬ ਨਾਲ ਤੋਲੀ ਜਾ ਸਕਦੀ ਹੈ, ਸਮਝੀ ਜਾ ਸਕਦੀ ਹੈ ਕਿ ਖਪਤਕਾਰ ਨੂੰ ਕਨਵੀਨੀਅੰਟ ਹੋਵੇ, ਤੁਹਾਨੂੰ ਕਨਵੀਨੀਅੰਟ ਹੋਵੇ ਉਹਨੂੰ ਪਹੁੰਚਾਉਣਾ, ਭਾਵੇਂ ਉਹ ਵੰਡਣ ਦੀ ਪ੍ਰਕਿਰਿਆ ਕਨਵੀਨੀਅੰਟ ਹੋਵੇ, ਭਾਵੇਂ ਉਹ ਵਸਤੂ ਕਨਵੀਨੀਅੰਟ ਹੋਵੇ। ਮਤਲਬ ਉਹ ਇੱਕ ਅੱਛਾ ਰਿਸ਼ਤਾ ਡਿਵੈਲਪ ਕਰਦੀ ਹੈ ਪੈਦਾਵਾਰ ਕਰਨ ਵਾਲੇ ਦੇ ਖਪਤਕਾਰ ਦੇ ਵਿਚਾਲੇ, ਜੇ ਤੁਸੀਂ ਕਨਵੀਨੀਅੰਸ ਸੀ ਤੇ ਪਹਿਰਾ ਦਿਓਗੇ। ਚੌਥਾ ਬਹੁਤ ਇੰਪੋਰਟੈਂਟ, ਤੇ ਇਸ ਮੈਸੇਜ ਦਾ, ਚੌਥੇ ਮੈਸੇਜ ਦਾ ਚੌਥਾ ਹਿੱਸਾ, ਸੀ ਦਾ ਚੌਥਾ ਸੀ ਕਮਿਊਨੀਕੇਸ਼ਨ। ਅੱਜ ਅਸੀਂ ਇਸ ਵਿਸ਼ੇ ਨੂੰ ਪਰੋ ਸਕੇ ਹਾਂ ਸਿਰਫ ਤੇ ਸਿਰਫ ਇੱਕੋ ਟੂਲ, ਕਮਿਊਨੀਕੇਸ਼ਨ। ਕਿ ਸਾਡੀ ਜ਼ੂਮ ਮੀਟਿੰਗ ਇਹ ਵੀ ਕਮਿਊਨੀਕੇਸ਼ਨ ਦਾ ਟੂਲ ਆ। ਮੇਰਾ ਬੋਲਣਾ, ਤੁਹਾਡਾ ਸੁਣਨਾ, ਹੁਣ ਤੁਹਾਡੇ ਪ੍ਰਸ਼ਨ ਕਰਨਾ, ਮੇਰੇ ਉੱਤਰ ਦੇਣਾ। ਜਿੰਨਾ ਵਧੀਆ ਤਰੀਕੇ ਨਾਲ ਕਮਿਊਨੀਕੇਸ਼ਨ ਕਰਾਂਗੇ, ਜਿੰਨੀ ਸੀ ਤੇ ਪਹਿਰਾ ਦੇਵਾਂਗੇ ਕਮਿਊਨੀਕੇਸ਼ਨ ਤੇ, ਵਾਰਤਾਲਾਪ ਨਾਲ ਹੀ ਗੱਲਾਂ ਸੁਲਝਦੀਆਂ ਜੀ। ਦੇਸ਼ਾਂ ਦੇ ਵਿੱਚ ਆਪਸ ਸਮਝੌਤੇ ਹੋ ਜਾਂਦੇ ਆ, ਲੋਕਾਂ 'ਚ ਆਪਸ ਸਮਝੌਤੇ ਹੋ ਜਾਂਦੇ ਆ, ਕੁੜਮਿਆਂ 'ਚ ਆਪਸ ਸਮਝੌਤੇ ਹੋ ਜਾਂਦੇ ਆ, ਪਰਿਵਾਰ ਟੁੱਟ ਜਾਂਦੇ ਆ ਕਿ ਜੇ ਕਮਿਊਨੀਕੇਸ਼ਨ ਨਾ ਕਰੋ, ਤੇ ਜੇ ਕਮਿਊਨੀਕੇਸ਼ਨ ਕਰੋ ਤਾਂ ਪਰਿਵਾਰ ਬਚ ਜਾਂਦੇ ਆ, ਰਿਸ਼ਤੇ ਬਚ ਜਾਂਦੇ ਆ ਕਮਿਊਨੀਕੇਸ਼ਨ ਨਾਲ। ਸੋ ਗ੍ਰਾਹਕ ਤੇ ਪੈਦਾਵਾਰ ਕਰਨ ਦੇ ਰਿਸ਼ਤੇ ਨੂੰ ਬਚਾਉਣ ਦੀ ਖਾਤਰ ਚੌਥਾ ਸੀ, ਜਿਹੜਾ ਚੌਥੇ ਸੁਨੇਹੇ ਦਾ ਚੌਥਾ ਤੇ ਆਖਰੀ ਸੁਨੇਹਾ ਸੀ, ਕਮਿਊਨੀਕੇਸ਼ਨ, ਬਹੁਤ ਇੰਪੋਰਟੈਂਟ ਹੈ। ਜਿੰਨਾ ਵਧੀਆ ਪੜਤਾਲ ਕਰੋਗੇ ਓਨੇ ਬਿਜ਼ਨਸ ਦੇ ਵਿੱਚ ਕਾਮਯਾਬ ਹੋਵੋਗੇ, ਰੂਰਲ ਮਾਰਕੀਟਿੰਗ ਦੇ ਉੱਤੇ ਓਨਾ ਕਾਬਜ ਹੋ ਸਕੋਗੇ। ਬਹੁਤ ਵੱਡੀ ਜ਼ਰੂਰਤ ਹੈ ਰੂਰਲ ਮਾਰਕੀਟ ਤੇ। ਸਾਨੂੰ ਰੂਰਲ ਮਾਰਕੀਟਿੰਗ ਨੂੰ ਸਮਝ ਕੇ ਰੂਰਲ ਮਾਰਕੀਟਿੰਗ ਦੇ ਉੱਤੇ ਸਾਨੂੰ ਆਪਣੇ ਆਪ ਨੂੰ ਕਾਬਜ ਕਰਨਾ ਪਊਗਾ। ਪੰਜਾਬੀਆਂ ਨੂੰ, ਖਾਸ ਕਰਕੇ ਪੇਂਡੂ ਪੰਜਾਬੀਆਂ ਨੂੰ, ਖਾਸ ਕਰਕੇ ਪਿੰਡਾਂ ਦੇ ਖਿੱਤੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ
ਆਪਣੇ ਇਸ ਗੱਲ ਨੂੰ ਪਕੜ ਕਰਨੀ ਪਊਗੀ ਪੜ੍ਹਾਈ ਪੜ੍ਹ ਕੇ, ਨਹੀਂ ਤਾਂ ਹੋਰ ਕੋਈ ਪਾਰਾ ਤਾਰਾ ਨਹੀਂ ਹੈ ਜੀ। ਹਰੇਕ ਚੀਜ਼ ਆਪਾਂ ਸਰਕਾਰ ਤੇ ਨਹੀਂ ਸੁੱਟ ਸਕਦੇ। ਪੜ੍ਹਾਈ ਸਰਕਾਰ ਦੇ ਰਹੀ ਆ ਤਾਂ ਡੈਫੀਨੇਟਲੀ ਤੁਸੀਂ ਪੜ੍ਹਨਾ ਸ਼ੁਰੂ ਕਰੋ, ਪੜ੍ਹਾਈ ਦੇ ਨਾਲ ਜੁੜੋ। ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ 4 ਸੁਨੇਹੇ ਦਿੱਤੇ ਆ, ਇਹਨੂੰ ਲੜੀਵਾਰਤਾ 'ਚ ਅਸੀਂ ਅੱਗੇ ਵੀ ਵਧਾ ਸਕਦੇ ਹਾਂ। ਜਿੱਦਾਂ ਉਦਾਹਰਨ ਦੇ ਰੂਪ ਦੇ ਵਿੱਚ ਅਸੀਂ ਫਾਰਮ ਟੂਰਿਜ਼ਮ ਦਾ ਇੱਕ ਛੋਟਾ ਜਿਹਾ ਪ੍ਰੋਜੈਕਟ ਉਪਰਾਲਾ ਸ਼ੁਰੂ ਕੀਤਾ। ਸਾਡੇ ਕੋਲੇ ਕਮਿਊਨੀਕੇਸ਼ਨ ਦੇ ਵਿੱਚ WhatsApp ਗਰੁੱਪਸ ਹੈ, Facebook ਪੇਜਸ ਹੈ। ਅਸੀਂ 15 WhatsApp ਗਰੁੱਪ ਸਾਡੇ ਚੱਲਦੇ ਆ ਸਾਡੀ ਟੀਮ ਦੇ। ਉਹਦੇ ਵਿੱਚ ਇੱਕ ਫਾਰਮ ਟੂਰਿਜ਼ਮ ਦਾ ਵੀ WhatsApp ਗਰੁੱਪ ਹੈ ਕਿ ਪਿੰਡਾਂ ਦੇ ਖਿੱਤੇ ਦੇ ਲੋਕ, ਜੇ ਉਹਨਾਂ ਦਾ ਫਾਰਮ ਸੋਹਣਾ ਹੈ, ਉਹਦੇ ਵਿੱਚ ਪਿਗਰੀ ਦਾ ਮਾਡਲ ਆ, ਉਹਦੇ ਵਿੱਚ ਸਬਜ਼ੀਆਂ ਦਾ ਮਾਡਲ ਆ, ਉਹਦੇ ਵਿੱਚ ਫਲਾਂ ਦਾ ਮਾਡਲ ਆ, ਉਹਦੇ ਵਿੱਚ ਫਿਸ਼ਰੀ ਦਾ ਮਾਡਲ ਆ, ਉਹਦੇ ਵਿੱਚ ਬੀ ਕੀਪਿੰਗ ਦਾ ਮਾਡਲ ਆ, ਤਾਂ ਉਹ ਆਪਣੇ ਉਸ ਫਾਰਮ ਨੂੰ ਲੋਕਾਂ ਦੇ ਸਨਮੁਖ ਕਰਨ ਤੇ ਸ਼ਹਿਰਾਂ ਦੇ ਬੱਚੇ ਉੱਥੇ ਘੁੰਮਣ ਜਾਣ, ਉਹ ਉੱਥੇ ਪੜ੍ਹਨ ਜਾਣ ਕਿ ਫਿਸ਼ਰੀ ਕੀ ਹੁੰਦੀ ਹੈ, ਸਬਜ਼ੀਆਂ ਦੀ ਕਾਸ਼ਤ ਕਿਵੇਂ ਹੁੰਦੀ ਹੈ, ਜਿਹੜੇ ਫਲ ਅਸੀਂ ਖਾਂਦੇ ਆ ਉਹ ਕਿੱਦਾਂ ਪੈਦਾ ਹੁੰਦੇ ਆ। ਇਹ ਇੱਕ ਬਹੁਤ ਵੱਡਾ ਵਿਸ਼ਾ। ਅਸੀਂ ਫਾਰਮ ਟੂਰਿਜ਼ਮ ਦੀ ਕਮਿਊਨੀਕੇਸ਼ਨ ਕੀਤੀ, ਕਮਿਊਨੀਕੇਟ ਕੀਤਾ। ਇਹ ਕਨਸੈਪਟ ਨੂੰ ਵੀ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਤੱਕ ਲੈ ਕੇ ਗਏ ਤਾਂ 6-7 ਇਹੋ ਜਿਹੇ ਫਾਰਮ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਫਾਰਮ ਟੂਰਿਜ਼ਮ ਦੇ ਤੌਰ ਤੇ ਉਹ ਲੋਕਾਂ ਤੇ ਸਨਮੁਖ ਕੀਤਾ। ਸੋ ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਵਿਸ਼ਾ ਕੋਈ ਵੀ ਹੋਵੇ, ਨਵੀਂ ਸੋਚ ਜਿੰਨੀ ਅਸੀਂ ਕਮਿਊਨੀਕੇਟ ਕਰਾਂਗੇ, ਕਿਉਂਕਿ ਅੱਜ ਦਾ ਵੈਬੀਨਾਰ ਵੀ ਇਹੀ ਗੱਲ ਨੂੰ ਸਿੱਧ ਕਰਦਾ ਕਿ ਅਸੀਂ ਅੱਜ ਨਵੇਂ ਵਿਸ਼ੇ ਤੇ ਘੋਖ ਕੀਤੀ ਆ, ਨਵੇਂ ਵਿਸ਼ੇ ਨੂੰ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕੀਤੀ ਆ। ਭਾਵੇਂ ਨਵਾਂ ਵਿਸ਼ਾ ਥੋੜਾ ਜਿਹਾ ਤੁਹਾਨੂੰ ਲੱਗਦਾ ਹੋਊਗਾ ਕਿ ਔਖਾ, ਪਰ ਇਹ ਔਖਾ ਨਹੀਂ ਹੈ। ਜਦੋਂ ਅਸੀਂ ਲੜੀਵਾਰਤਾ 'ਚ ਪੜਾਂਗੇ, ਕਮਿਊਨੀਕੇਸ਼ਨ ਸਹੀ ਕਰਾਂਗੇ, ਬਹੁਤ ਵਧੀਆ ਉਪਰਾਲਾ ਇਸ ਮੰਚ ਦਾ। ਜਿੰਨਾ ਅਸੀਂ ਆਪਸ ਦੇ ਵਿੱਚ ਕਮਿਊਨੀਕੇਟ ਕਰਾਂਗੇ, ਟੂਲ ਜਿਹੜਾ ਮਰਜ਼ੀ ਹੋਵੇ ਜੀ, WhatsApp ਗਰੁੱਪ ਹੋਵੇ, ਵੈਬੀਨਾਰ ਹੋਵੇ, Facebook ਪੇਜਸ ਹੋਣ, ਇਹਨਾਂ ਦੀ ਦੁਰਵਰਤੋਂ ਕਰਨ ਦੀ ਬਜਾਏ ਸਾਡੇ ਨੌਜਵਾਨਾਂ ਨੂੰ ਸਾਡੇ ਨਾਲ ਜੋੜਨਾ ਪਊਗਾ। ਆਪਣੇ ਨਾਲ ਆਪਾਂ ਆਪਣੀ ਹਿੰਮਤ ਦਿਖਾਣੀ ਪਊਗੀ। ਮੈਨੂੰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜਾ ਪਿੰਡਾਂ ਤੱਕ ਕਿੱਦਾਂ, ਜੇ ਮੈਂ ਜਾ ਨਹੀਂ ਸਕਦਾ ਹੁਣ ਤਾਂ ਬਹੁਤ ਵਧੀਆ ਉਪਰਾਲਾ ਕਿ ਸਵੇਰ ਦੇ 1.5 ਘੰਟੇ 2 ਘੰਟੇ ਇਸ ਪਲੇਟਫਾਰਮ ਦੇ ਜ਼ਰੀਏ ਜਿਹੜੇ ਆ ਉਹ ਆਪਣੇ ਖਪਤਕਾਰਾਂ ਤੱਕ ਬੰਦਾ ਪਹੁੰਚ ਕਰ ਸਕਦਾ। ਸੋ ਪਿੰਡਾਂ ਦੇ ਵਿੱਚ ਵੀ ਜਿਹੜੇ ਨੌਜਵਾਨ ਸੁਣ ਰਹੇ ਆ, ਉਹ ਵੀ ਆਪਣੀ ਮੰਡੀ ਦੇ ਵਿੱਚ ਏਦਾਂ ਹੀ ਲੋਕਾਂ ਨੂੰ ਜੋੜ ਸਕਦੇ ਆ, WhatsApp ਗਰੁੱਪ ਬਣਾ ਸਕਦੇ ਆ ਆਪਣੇ ਖਪਤਕਾਰਾਂ ਦੇ। ਬਹੁਤ ਵਧੀਆ ਸੁਨੇਹਾ ਮੈਂ ਇੱਥੇ ਗੱਲ ਖਤਮ ਕਰੂੰਗਾ ਕਮਿਊਨੀਕੇਸ਼ਨ ਦੀ, ਕਿ ਅੱਜ ਦੀ ਡੇਟ ਦੇ ਵਿੱਚ ਮੇਰੀ ਸਾਰੀਆਂ ਵਸਤੂਆਂ ਮੇਰੇ ਘਰੇ ਪਹੁੰਚਦੀਆਂ ਜੀ ਸਿਰਫ ਤੇ ਸਿਰਫ ਕਿਸ ਬਦੌਲਤ, ਕਮਿਊਨੀਕੇਸ਼ਨ ਦੇ ਬਦੌਲਤ। ਕਿ WhatsApp ਮੈਸੇਜ ਆਉਂਦਾ, ਮੈਂ ਤੁਹਾਨੂੰ ਆਪਣੀ ਉਦਾਹਰਨ ਦਿੰਦਾ ਕਿ 1 ਵਜੇ ਤੋਂ ਪਹਿਲਾਂ ਦੱਸਿਆ ਜਾਵੇ ਜੀ ਦੁੱਧ ਦੇ ਕਿਹੜੇ ਪਦਾਰਥ ਚਾਹੀਦੇ ਆ। ਮੈਂ ਉੱਥੇ ਲਿਖ ਦਿੰਦਾ ਕਿ ਇੱਕ ਪੈਕਟ ਲੱਸੀ ਦਾ, 1 ਪੈਕਟ ਦਹੀਂ ਦਾ, ਦੂਜੇ ਤੀਜੇ ਦਿਨ 1 ਪੈਕਟ ਪਨੀਰ ਦਾ। ਤੇ ਉਹ ਸਾਰੀਆਂ ਚੀਜ਼ਾਂ ਮੇਰੇ ਘਰੇ 9 ਵਜੇ ਐਗਜ਼ੈਕਟ ਬੰਦਾ ਆਉਂਦਾ, ਡਿਲੀਵਰੀ ਬॉय, ਉਹ ਉੱਥੇ ਮੇਰੇ ਲਿਫਾਫਾ ਬਾਹਰ ਰੱਖ ਜਾਂਦਾ ਤੇ ਮੇਰੀ ਬੈਲ ਮਾਰ ਜਾਂਦਾ। ਮੈਨੂੰ ਪਤਾ ਲੱਗ ਜਾਂਦਾ ਕਿ ਮੇਰਾ ਮਿਲਕਮੈਨ ਆ ਗਿਆ ਜਾਂ ਮੇਰਾ ਡਿਲੀਵਰੀ ਬॉय ਆ ਗਿਆ। ਤੁਸੀਂ ਯਕੀਨ ਮੰਨਿਓ, ਇਸ ਗੱਲ ਦੇ ਵਿੱਚ ਕਮਿਊਨੀਕੇਸ਼ਨ ਜਿਹੜਾ ਅਖੀਰਲਾ ਸੀ ਹੈ, ਇਹਦਾ ਕਿੰਨਾ ਇੰਪੋਰਟੈਂਟ ਰੋਲ ਹੈ, ਇਹਨੂੰ ਬਾਅਦ ਚੋਂ ਬੈਠ ਕੇ ਦੇਖਿਓ। ਏਦਾਂ ਹੀ ਮੈਂ ਸੋਚ ਰਿਹਾ ਕਿ ਮੇਰਾ ਸਬਜ਼ੀ ਵਾਲਾ ਵੀ ਏਦਾਂ ਹੀ ਆਵੇ, ਕਿਉਂ ਮੈਂ ਕਦੇ ਵੀ ਉਹਦੇ ਨਾਲ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਜੀ, ਖਪਤਕਾਰ ਕਦੇ ਵੀ ਆਪਣੇ ਸਬਜ਼ੀ ਵਾਲੇ ਤੇ ਫਲ ਵਾਲੇ ਨਾਲ ਮੋਲ ਭਾਅ ਨਹੀਂ ਕਰਦਾ। ਉਹਦਾ ਰੀਜ਼ਨ ਕੀ ਹੈ ਕਿ ਸਾਨੂੰ ਉਹਨਾਂ ਦੀਆਂ ਮਜਬੂਰੀਆਂ ਪਤਾ ਕਿ ਕਿੰਨੀ ਮਿਹਨਤ ਨਾਲ ਸਬਜ਼ੀ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਆ। ਸੋ ਅਸੀਂ ਜੇ ਉਹ 9 ਰੁਪਏ ਦੀ ਜਾਂ 8 ਰੁਪਏ ਦੀ ਚੀਜ਼ ਕਹਿੰਦਾ ਤਾਂ ਅਸੀਂ ਉਹਨੂੰ 10 ਦੇ ਕੇ ਵੀ ਰਾਜੀ ਹਾਂ, ਕਿਉਂਕਿ ਉਹ ਸਾਡੇ ਘਰੇ ਸਾਨੂੰ ਦੇ ਕੇ ਜਾ ਰਿਹਾ। ਇਸ ਲਈ ਮਤ ਭੁੱਲੋ ਕਿ ਕਮਿਊਨੀਕੇਸ਼ਨ ਇੱਕ ਇਹੋ ਜਿਹਾ ਟੂਲ ਹੈ, ਇੱਕ ਇਹੋ ਜਿਹੀ ਜੜ ਹੈ, ਜਿੰਨੀ ਇਸ ਜੜ ਨੂੰ ਵਿਕਸਿਤ ਕਰੋਗੇ ਤੁਸੀਂ ਆਪਣੇ ਵਪਾਰ ਦੇ ਵਿੱਚ ਕਾਬਿਲ ਹੋ ਸਕੋਗੇ। ਖਾਸ ਕਰਕੇ ਰੂਰਲ ਲੋਕਾਂ ਨੂੰ, ਰੂਰਲ ਮਾਰਕੀਟ ਦੇ ਵਿੱਚ ਕਮਿਊਨੀਕੇਸ਼ਨ ਦੀ, ਰੂਰਲ ਮਾਰਕੀਟਿੰਗ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਆ। ਅਸੀਂ ਬਹੁਤ ਘੱਟ ਕਮਿਊਨੀਕੇਟ ਕਰ ਰਹੇ ਹਾਂ। ਅਸੀਂ ਸਿਰਫ ਤੇ ਸਿਰਫ ਦੂਜਿਆਂ ਤੇ ਨਜ਼ਰਾਂ ਸੁੱਟ ਦਿੰਦੇ ਹਾਂ ਕਿ ਉਹਦੀ ਗਲਤੀ ਹੈ ਜੀ, ਗਲਤੀ ਸਾਡੀ ਹੈ ਜੀ। ਜੇ ਮੈਂ ਆਪਣਾ ਵਿਸ਼ਾ ਨਹੀਂ ਪੜ੍ਹਾ ਸਕਦਾ ਤਾਂ ਉਹਦੇ ਵਿੱਚ ਗਲਤੀ ਮੇਰੀ ਹੈ। ਜੇ ਤੁਸੀਂ ਆਪਣੀ ਜਿਣਸ ਨੂੰ ਆਰੇ ਨਹੀਂ ਲਾ ਸਕਦੇ, ਉਹ 'ਚ ਗਲਤੀ ਤੁਹਾਡੀ ਹੈ ਜੀ। ਉਹਦੇ ਵਿੱਚ ਕਿਸੇ ਦੂਜੇ ਪਾਰਟੀ ਦੀ ਗਲਤੀ ਨਹੀਂ ਹੋ ਸਕਦੀ ਹੈ। ਮੇਰਾ ਕੰਮ ਹੈ, ਮੈਂ ਹੀ ਆਰੇ ਲਾਉਣਾ, ਮੈਂ ਆਪਣੇ ਵਿਸ਼ੇ ਨੂੰ ਸਮਝਾਉਣਾ, ਜਿੱਦਾਂ ਮਰਜ਼ੀ ਸਮਝਾਵਾਂ, ਜਿੱਦਾਂ ਮਰਜ਼ੀ ਉਦਾਹਰਨ ਦੇ ਕੇ ਸਮਝਾਵਾਂ। ਜੇ ਕੋਈ ਤੁਹਾਨੂੰ ਗੱਲ ਨਹੀਂ ਸਮਝ ਸਕਦੀ ਤਾਂ ਤੁਸੀਂ ਪ੍ਰਸ਼ਨ ਪੁੱਛ ਸਕਦੇ ਹੋ। ਮੈਂ ਆਪਣੀ ਗੱਲ ਇੱਥੇ ਹੀ ਸਮੇਟਦਾ, ਖਤਮ ਕਰਦਾ। ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਵਿਸ਼ੇ ਨੂੰ ਨਿਭਾਇਆ ਆ। ਇਹ ਮੰਡੀਕਰਨ ਜਿਹੜੀ ਆ, ਇਹ ਬਹੁਤ ਇੱਕ ਉੱਘਾ ਵਿਸ਼ਾ ਕਹਿ ਸਕਦੇ ਹਾਂ ਸਾਡੇ ਜੀਵਨ ਦੇ ਪੱਖ ਦਾ, ਕਿਉਂਕਿ ਕਿਸਾਨੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਮੰਡੀਕਰਨ 'ਚ ਹੈਗਾ ਆ। ਔਰ ਸਾਡਾ ਨੌਜਵਾਨ ਅੱਜ ਅਗਰ ਬੇਰੁਜ਼ਗਾਰ ਆ, ਉਸ ਬੇਰੁਜ਼ਗਾਰੀ ਦਾ ਹੱਲ ਵੀ ਮੰਡੀਕਰਨ 'ਚ ਆ, ਕਿਉਂਕਿ ਪਿੰਡਾਂ ਵਿੱਚ ਜਿਵੇਂ ਆਪ ਜੀ ਨੇ ਦੱਸਿਆ ਕਿ ਮੈਕਸੀਮਮ ਪ੍ਰੋਡਕਸ਼ਨ ਜਿਹੜੀ ਆ, ਫੂਡ ਪ੍ਰੋਡਕਟ ਦੀ ਸਾਰੀ ਪ੍ਰੋਡਕਸ਼ਨ ਟੋਟਲ ਸਾਡੇ ਪਿੰਡਾਂ 'ਚ ਹੁੰਦੀ ਆ। ਔਰ ਉਹਨਾਂ ਦੀ ਅਗਰ ਪ੍ਰੋਸੈਸਿੰਗ ਕਰਕੇ, ਵੈਲਿਊ ਐਡੀਸ਼ਨ ਕਰਕੇ ਸਾਡਾ ਕਿਸਾਨ, ਸਾਡੇ ਜਿਹੜੇ ਨੌਜਵਾਨ ਨੇ, ਅਗਰ ਉਸ ਚੀਜ਼ ਨੂੰ ਅਪਣਾਉਣ ਤੇ ਬਹੁਤ ਵਧੀਆ ਜੀਵਨ ਯਾਪਨ ਕਰ ਸਕਦੇ ਆ। ਬੜਾ ਵਧੀਆ ਆਪਣਾ ਜਿਹੜਾ ਵਾ ਨਾ ਉਹ ਗੁਜ਼ਾਰਾ ਕਰ ਸਕਦੇ ਨੇ।
ਉਹਨਾਂ ਸਮੱਸਿਆਵਾਂ ਦਾ ਹੱਲ ਵੀ ਹੋ ਜਾਂਦਾ ਆ। ਤੇ ਇਹ ਜਿਹੜੀ ਆਪ ਜੀ ਨੇ ਬੜੇ ਡੂੰਘੀ ਸਮਝ ਆਪ ਜੀ ਰੱਖਦੇ ਹੋ ਮੰਡੀਕਰਨ ਦੀ, ਔਰ ਉਸ ਸਮਝ ਨੂੰ ਬੜੀ ਵਧੀਆ ਤਰੀਕੇ ਦੇ ਨਾਲ ਅੱਡੋ ਅੱਡ ਸੁਨੇਹਿਆਂ ਦੇ ਰੂਪ ਚ ਤੁਸੀਂ ਆਪਣਾ ਪਹੁੰਚਾਉਂਦੇ ਹੋ ਸਾਡੇ ਤੱਕ, ਔਰ ਉਹ ਸਾਨੂੰ ਕੱਲੀ ਕੱਲੀ ਗੱਲ ਜਿਹੜੀ ਸਮਝ ਵਿੱਚ ਆ ਜਾਂਦੀ ਆ। ਤੇ ਆਪ ਜੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋਗੇ ਤੇ ਅੱਗੇ ਵੀ ਤੁਹਾਡੇ ਕੋਲੋਂ ਅਸੀਂ ਸਮਾਂ ਲਵਾਂਗੇ, ਅਸੀਂ ਤੁਹਾਡੇ ਕੋਲੋਂ, ਤੇ ਤੁਹਾਡੀਆਂ ਜਿਹੜੀਆਂ ਤੁਹਾਡੇ ਕੋਲ ਜੋ ਮਹਾਰਤ ਆ ਉਹ ਅਸੀਂ ਹਾਸਲ ਕਰਦੇ ਰਹਾਂਗੇ। ਤੇ ਮੈਂ ਆਪਣੇ ਹੁਣ ਸਾਥੀਆਂ ਨੂੰ ਬੇਨਤੀ ਕਰਾਂਗਾ, ਜਿਹੜੇ ਵੀ ਸਾਥੀ ਸਾਡੇ ਸਵਾਲ ਕਰਨਾ ਚਾਹੁੰਦੇ ਨੇ ਉਹ ਹੈਂਡ ਰੇਸ ਕਰਨ ਤੇ ਆਪਣਾ ਸਵਾਲ ਕਰਨ। ਮੇਰੇ ਸਾਥੀ ਗੁਰਦਿਆਲ ਸਿੰਘ, ਜਗਜੀਤ ਸਿੰਘ ਚੀਮਾ ਜੀ ਜੁੜ ਚੁੱਕੇ ਨੇ, ਹੋਰ ਮੇਰੇ ਬਹੁਤ ਸਾਰੇ ਪਿਆਰੇ ਸਾਥੀ ਹੈਗੇ ਨੇ ਅੱਜ, ਡਾਕਟਰ ਅਮਰ ਸਿੰਘ ਆਜ਼ਾਦ ਜਿਹੜੇ ਨਿਰੰਤਰ ਸਾਡੇ ਨਾਲ ਰਹਿੰਦੇ ਨੇ, ਚਾਹੇ ਉਹਨਾਂ ਦਾ ਵਿਸ਼ਾ ਨਹੀਂ ਹੁੰਦਾ ਫਿਰ ਵੀ ਉਹ ਸਵੇਰ ਤੋਂ ਲੈ ਕੇ ਪੂਰਾ ਪ੍ਰੋਗਰਾਮ ਜਿਹੜਾ ਵਾ ਉਹ ਸੁਣਦੇ ਨੇ। ਬੜਾ ਵਧੀਆ ਰਿਸਪੌਂਸ ਹੈ ਉਹਨਾਂ ਦਾ, ਔਰ ਸਾਡੇ ਨਾਲ ਬੜਾ ਸਨੇਹ ਕਰਦੇ ਨੇ, ਔਰ ਬੜਾ ਵਧੀਆ ਤਰੀਕੇ ਦੇ ਨਾਲ ਸਾਡੇ ਨਾਲ ਜਿਹੜਾ ਵਾਰਤਾਲਾਪ ਹੁੰਦੀ ਰਹਿੰਦੀ ਉਹਨਾਂ ਦੀ। ਸੋ ਮੈਂ ਆਸ ਕਰਦਾ ਹਾਂ ਸਾਡੇ ਕਿਸਾਨ ਵੀਰ ਜਿਹੜਾ ਉਹਨਾਂ ਦੇ ਮਨਾਂ 'ਚ ਸਵਾਲ ਨੇ, ਤੇ ਉਹ ਜਿਹੜਾ ਅੱਜ ਵਿਸ਼ਾ ਡਾਕਟਰ ਸਾਹਿਬ ਨੇ ਰੱਖਿਆ ਆ ਬੜੇ ਵਧੀਆ ਤਰੀਕੇ ਦੇ ਨਾਲ, ਬੜੀ ਤਰਤੀਬ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਆ। ਫਿਰ ਵੀ ਜੇ ਕਿਸੇ ਕੋਈ ਵੀ ਉਹਨਾਂ ਦੇ ਮਨ 'ਚ ਕੋਈ ਉਲਝਣ, ਕੋਈ ਸਵਾਲ ਹੋਵੇ ਤਾਂ ਜ਼ਰੂਰ ਕਰ ਸਕਦਾ ਆ।